ਅੱਜ ਉਹ ਇੱਕ ਵਿਕਟਮ ਨੂੰ ਇਨਸਾਫ ਨਹੀਂ ਦਵਾ ਸਕੇ ਤੇ ਅਫਸੋਸ ਇਹ ਹੈ ਕਿ ਉਹਦੇ ਵਿੱਚ ਜਵਾਬ ਕੀ ਦੇ ਰਹੇ ਹੈ ਕਿ ਰਾਜਨੀਤਿਕ ਚਾਲ ਹੈ। ਦੱਸਣਾ ਪਊ ਉਹਨਾਂ ਨੂੰ ਕਿ ਕਿਹੜੀ ਰਾਜਨੀਤੀ ਦੀ ਚਾਲ ਹੈ, ਕਿ ਉਹ ਮੈਡਮ ਦਾ ਰਾਜਨੀਤਿਕ ਰੋਲ ਕੀ ਹੈ, ਕਿ ਜਿਹੜੀ ਉਹ ਮੈਡਮ ਸੱਚ ਬੋਲ ਰਹੀ ਹੈ। ਜੇ ਤਾਂ ਸੱਚ ਬੋਲਣਾ ਰਾਜਨੀਤੀ ਹੈ ਤਾਂ ਫਿਰ ਮੈਂ ਕਹਿੰਦਾ ਜ਼ਰੂਰ ਸਮਝਦਾ ਕਿ ਉਹ ਬੀਬੀ ਜੀ ਸ਼ਾਇਦ ਰਾਜਨੀਤੀ ਕਰ ਰਹੇ ਹੋਣ। ਸਭ ਤੋਂ ਵੱਡਾ ਦੁਖਾਂਤ ਅੱਜ ਇਹ ਹੈ ਕਿ ਇਹ ਜਿਹੜੇ ਸਿਪਾਹੀ ਨੂੰ 10 ਰੁਪਏ ਫੜਾ ਕੇ ਉਹਦੀ ਵੀਡੀਓ ਕਰਕੇ ਵੀਡੀਓ ਵਾਇਰਲ ਕਰਦੇ ਆ। ਮੈਂ ਸਰਦਾਰ ਸਿਮਰਜੀਤ ਸਿੰਘ ਬੈਂਸ ਨੂੰ ਇਹ ਕਹਿਣਾ ਚਾਹੁੰਦਾ ਕਿ ਸਰਦਾਰ ਸਿਮਰਜੀਤ ਸਿੰਘ ਬੈਂਸ ਜਿਹੜੀ ਉਹ ਮੈਡਮ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਜਿਹਦੇ ਵਿੱਚ ਉਹਨੇ ਇਹ ਦੁਹਾਈ ਦਿੱਤੀ ਹੈ ਕਿ ਜੇ ਮੈਨੂੰ ਇੰਸਟੀਟਿਊਸ਼ਨਸ ਇਨਸਾਫ ਦੇਣ ਤੋਂ ਫੇਲ ਹੋ ਜਾਣਗੇ ਤਾਂ ਮੈਂ ਉਸ ਤੋਂ ਬਾਅਦ ਸੁਸਾਈਡ ਕਮਿਟ ਕਰ ਲੂੰਗੀ। ਉਹ ਵੀ ਵੀਡੀਓ ਜ਼ਰਾ ਆਪਣੇ ਤੁਸੀਂ ਸੋਸ਼ਲ ਮੀਡੀਆ ਤੇ ਵਾਇਰਲ ਕਰੋ ਤਾਂ ਕਿ ਲੋਕਾਂ ਨੂੰ ਪਤਾ ਤਾਂ ਲੱਗੇ ਕਿ ਤੁਸੀਂ ਕਿੱਥੇ ਖੜੇ ਹੋ। ਦੇਖੋ ਮੈਂ ਸਮਝਦਾ ਕਿ ਅੱਜ ਤੋਂ ਕੁਝ ਦੇਰ ਪਹਿਲਾਂ ਬਲਵਿੰਦਰ ਸਿੰਘ ਇੱਕ ਡੀਐਸਪੀ ਨੇ ਉਹਨਾਂ ਨੇ ਇੱਕ ਵੀਡੀਓ ਰਿਲੀਜ਼ ਕੀਤੀ ਸੀ ਜਿਹਦੇ ਵਿੱਚ ਇਹਨਾਂ ਦੇ ਤੇ ਉਹਨਾਂ ਵੱਲੋਂ ਦੋਸ਼ ਆਇਦ ਕੀਤਾ ਗਿਆ ਸੀਗਾ ਕਿ ਇਹ ਰੇਪ ਦੇ ਕੇਸ ਵਿੱਚ ਵੀ ਇਨਵੋਲਵਡ ਸੀਗੇ। ਉਦੋਂ ਇਹਨਾਂ ਦੇ ਸਪੋਰਟਰਾਂ ਨੇ ਵੀ ਤੇ ਕਿਸੇ ਨੇ ਉਸ ਮਾਮਲੇ ਨੂੰ ਬਹੁਤਾ ਨਹੀਂ ਉਠਾਇਆ ਕਿ ਉਹ ਬੜੀ ਦੇਰ ਬਾਅਦ ਗੱਲ ਚੱਕੀ ਗਈ ਸੀਗੀ। ਪਰ ਅੱਜ ਜੋ ਵਿਅਕਤੀ ਇਸ ਗੱਲ ਦਾ ਇਹਨਾਂ ਵੱਲੋਂ ਕੀਤੀ ਜ਼ਿਆਦਤੀ ਦਾ, ਇੱਕ ਔਰਤ ਦੇ ਮਾਣ ਸਨਮਾਨ ਨਾਲ ਜ਼ਿਆਦਤੀ ਕਰਨ ਦਾ ਕੇਸ ਹੈ, ਉਹਦੇ ਵਿੱਚ ਮੈਂ ਇੱਕ ਗੱਲ ਸਮਝਦਾ ਕਿ ਬੈਂਸ ਦੇ ਅਗੇਂਸਟ ਪੁਲਿਸ ਨੂੰ ਕੇਸ ਇਮੀਡੀਏਟਲੀ ਰਜਿਸਟਰ ਕਰਨਾ ਚਾਹੀਦਾ ਕਿਉਂਕਿ ਬਹੁਤ ਵੱਡੀ ਇੱਕ ਚੀਜ਼ ਇਹਦੇ 'ਚੋਂ ਓਪਨ ਹੋ ਕੇ ਨਿਕਲੀ ਹੈ। ਆਮ ਆਦਮੀ ਪਾਰਟੀ ਜਿਹੜੀ ਬੜੀ ਸਿਧਾਂਤਕ ਪਾਰਟੀ ਕਹਾਉਂਦੀ ਹੈ ਤੇ ਜਿਹੜੀ ਕਹਿੰਦੀ ਹੈ ਕਿ ਸਭ ਤੋਂ ਵੱਧ ਕੋਈ ਸਾਫ਼ ਸੁਥਰਾ ਰਾਜਨੀਤੀ ਨਹੀਂ ਕਰਦਾ, ਜਿਹੜੇ 2017 ਦੀ ਇਲੈਕਸ਼ਨ ਵਿੱਚ ਸਿਮਰਜੀਤ ਸਿੰਘ ਬੈਂਸ ਦੀ ਪਾਰਟੀ ਦੇ ਸਹਿਯੋਗੀ ਸੀ, 6 ਸੀਟਾਂ ਇਹਨਾਂ ਕੋਲ ਤੇ ਬਾਕੀ ਉਹਨਾਂ ਕੋਲ। ਉਹਨਾਂ ਨੂੰ ਵੀ ਮੈਂ ਸਵਾਲ ਕਰਦਾ ਕਿ ਅੱਜ ਆਪਾਂ ਚੁੱਪ ਕਿਉਂ ਧਾਰੀ ਹੈ। ਸਰਦਾਰ ਨਵਜੋਤ ਸਿੰਘ ਸਿੱਧੂ ਇਹਨਾਂ ਦੇ ਆਖੇ ਲੁਧਿਆਣੇ 'ਚ ਹਰ ਕੰਮ ਕਰਦੇ ਸੀ। ਲੁਧਿਆਣੇ ਵਿੱਚ ਸਿੱਧੂ ਸਾਹਿਬ ਨੇ ਜਿੰਨੇ ਕੰਮ ਕੀਤੇ, ਭਾਵੇਂ ਉਹ ਫਾਸਟਵੇ ਦੀ ਬਿਲਡਿੰਗ ਢਾਉਣ ਦੀ ਗੱਲ ਕੀਤੀ, ਉਹ ਸਾਰੀ ਇਹਨਾਂ ਦੇ ਕਹਿਣ ਤੇ ਕੀਤੀ। ਤੇ ਅੱਜ ਸਵਾਲ ਇਹ ਵੀ ਉੱਠਦਾ ਕਿ ਸਰਦਾਰ ਨਵਜੋਤ ਸਿੰਘ ਵੀ ਬੜੀ ਸਿਧਾਂਤ ਦੀ ਰਾਜਨੀਤੀ ਕਰਦੇ, ਉਹ ਵੀ ਚੁੱਪ ਕਿਉਂ ਬੈਠੇ ਹੈ। ਚਲੋ ਇਹ ਗੱਲ ਸਾਰਿਆਂ ਕੋਲ ਜੱਗ ਜ਼ਾਹਰ ਹੈ ਕਿ ਕਾਂਗਰਸ ਦੀ ਜਿਹੜੀ ਲੁਧਿਆਣੇ ਦੀ ਲੀਡਰਸ਼ਿਪ ਹੈ, ਭਾਰਤ ਭੂਸ਼ਣ ਜੀ ਆਸ਼ੂ, ਉਹ ਤਾਂ ਘਿਓ ਖਿਚੜੀ ਨੇ, ਕਿਉਂਕਿ ਨਾ ਤਾਂ ਇਹਨਾਂ ਨੇ ਆਸ਼ੂ ਦੇ ਉਲਟ ਕੋਈ ਬਿਆਨ ਦਿੱਤਾ ਕੋਈ ਕਿ ਉਹ ਕਿੰਨੇ ਘਪਲੇ ਕਰ ਗਿਆ ਹੈ, ਨਾ ਇਹਨਾਂ ਨੇ ਆਸ਼ੂ ਦੇ ਉਲਟ ਕਤਲ ਵਾਲੇ ਕੇਸ ਬਿਆਨ ਦਿੱਤਾ, ਕੋਈ ਨਹੀਂ ਦਿੱਤਾ, ਕਿਉਂਕਿ ਰਲੇ ਹੋਏ ਨੇ, ਇੱਕ ਦੂਜੇ ਨੂੰ ਸਪਲੀਮੈਂਟ ਕਰ ਰਹੇ ਨੇ, ਇੱਕ ਦੂਜੇ ਨੂੰ ਢੱਕ ਰਹੇ ਨੇ। ਪਰ ਅੱਜ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਇਸ ਗੱਲ ਦਾ ਲੋਕਾਂ ਦੀ ਕਚਹਿਰੀ ਵਿੱਚ ਜਵਾਬ ਦੇਣਾ ਪਊ ਕਿ ਜੇ ਪੰਜਾਬ ਵਿੱਚ ਧੀਆਂ ਭੈਣਾਂ ਦੀ ਇੱਜ਼ਤ ਐ ਰੋਲੀ ਜਾਊ, ਉਹ ਸਰਕਾਰਾਂ ਚੁੱਪ ਕਰਕੇ ਕਿਉਂ ਬੈਠਣਗੀਆਂ। ਮੈਂ ਇੱਕ ਗੱਲ ਜ਼ਰੂਰ ਕਹਿ ਦੇਣੀ ਚਾਹੁੰਦਾ, ਅਸੀਂ 3 ਦਿਨ ਉਡੀਕਿਆ, ਸ਼੍ਰੋਮਣੀ ਅਕਾਲੀ ਦਲ ਨੇ ਕੋਈ ਕਾਰਵਾਈ ਨਹੀਂ ਕੀਤੀ। ਨਿਊਜ਼ ਆ ਗਈ ਅੱਜ ਤੋਂ 2 ਦਿਨ ਪਹਿਲਾਂ ਰਾਤ ਨੂੰ 10 ਵਜੇ ਇਹ ਸਰਕੂਲੇਟ ਹੋ ਗਈ ਸੀ ਨਿਊਜ਼ ਕਿ 16/11 ਦੀ ਕੰਪਲੇਂਟ ਹੈ। ਅੱਜ 18 ਦਿਨ 2 ਦਿਨ ਅਸੀਂ ਚੁੱਪ ਰਹੇ ਕਿ ਇਹ ਕੌਗਨੀਜ਼ੇਬਲ ਆਫੈਂਸ ਹੈ। ਇਹ ਕੌਗਨੀਜ਼ੇਬਲ ਆਫੈਂਸ ਵਿੱਚ ਸੁਪਰੀਮ ਕੋਰਟ ਦੀ ਕਲੀਅਰ ਜੱਜਮੈਂਟ, ਉਹ ਕਹਿੰਦੇ ਕੰਟੈਂਪਟ ਆਫ ਕੋਰਟ ਬਣਦੀ ਆ ਉਸ ਪੁਲਿਸ ਅਫਸਰ ਤੇ ਜਿਹੜਾ ਕੌਗਨੀਜ਼ੇਬਲ ਆਫੈਂਸ ਦੇ ਵਿੱਚ ਪਰਚਾ ਰਜਿਸਟਰ ਤੋਂ ਇਨਕਾਰ ਕਰੇ। ਪਰ ਅਫਸੋਸ ਇਹ ਕਲੀਨ ਚਿੱਟਾਂ ਦੀ ਸਰਕਾਰ ਨੇ ਐਡੇ ਵੱਡੇ ਗੁਨਾਹ ਵਿੱਚ ਵੀ ਅੱਜ ਚੁੱਪ ਧਾਰੀ ਹੋਈ ਹੈ। ਸੋ ਮੈਂ ਇੱਕੋ ਗੱਲ ਕਹਿਣੀ ਚਾਹੁੰਦਾ ਇੱਥੇ ਕਿ ਪੰਜਾਬ ਇਸ ਗੱਲ ਨੂੰ ਕਦੇ ਪ੍ਰਵਾਨ ਨਹੀਂ ਕਰੂ। ਪੰਜਾਬ ਉਹ ਧਰਤੀ ਹੈ ਜਿੱਥੇ ਮੁਗਲ ਇੱਥੋਂ ਬੀਬੀਆਂ ਲੈ ਜਾਂਦੇ ਰਹੇ, ਉਹਨਾਂ ਦੀ ਇੱਜ਼ਤ ਬਚਾਉਣ ਪਿੱਛੇ ਪੰਜਾਬੀਆਂ ਨੇ, ਪੰਥ ਨੇ ਕੁਰਬਾਨੀਆਂ ਕੀਤੀਆਂ। ਤੇ ਅੱਜ ਜੇ ਲੁਧਿਆਣੇ ਵਿੱਚ ਇੱਕ ਰਾਜਨੀਤਿਕ ਸ਼ਕਤੀ ਅਖਤਿਆਰ ਕਰਨ ਤੋਂ ਬਾਅਦ ਕੋਈ ਵਿਅਕਤੀ ਵਿਸ਼ੇਸ਼, ਉਹ ਜਿੱਡਾ ਮਰਜ਼ੀ ਵੱਡਾ ਹੋਵੇ, ਭਾਵੇਂ ਸਿਮਰਜੀਤ ਸਿੰਘ ਬੈਂਸ ਤੋਂ ਵੀ ਵੱਡਾ ਹੋਵੇ, ਉਹ ਇਸ ਕਾਨੂੰਨ ਦੇ ਦਾਇਰੇ 'ਚੋਂ ਸ਼੍ਰੋਮਣੀ ਅਕਾਲੀ ਦਲ ਕਦੇ ਨਹੀਂ ਨਿਕਲਣ ਦੇਊ। ਇਸ ਕੇਸ ਦੇ ਤੱਥ ਸਾਰੇ ਇਨ ਡੈਪਥ ਇਨ ਡਿਟੇਲ ਹਰੀਸ਼ ਜੀ ਨੂੰ ਪਤਾ ਹੈ। ਹਰੀਸ਼ ਜੀ ਹੁਣ ਤੁਹਾਡੇ ਨਾਲ ਸਾਰੀਆਂ ਗਾਬੜੀਆ ਸਾਹਿਬ ਤੇ ਫਿਰ ਵਾਈਂਡ ਅਪ ਕਰ ਦਿੰਦੇ। ਪਹਿਲਾਂ ਬੋਲ, ਚਲੋ ਪਹਿਲਾਂ ਕਰ ਵੱਡੇ ਆ। ਮੇਰਾ ਤਾਂ ਪਹਿਲਾਂ
जो गरेवाल साहब ने दस्या ये तो कहानी होंदी आ। मैं पिछोकड़ की कहानी दसदा। ये हाली शादीशुदा नहीं, जदों एक लड़की लैके गया सीगा ते फीएट गड्डी सी शिमले के उरले बन्ने उल्ट गई, दरख्तां नाल टकरा गई। मैं इहनूं छुड़ा के लैके आया सी उत्थों। ये अज की गल नहीं, एक लड़की नाल थोड़ा संबंध सी इहदे। और ये है की सीगा, स्कूलों दी फीसां मैं दिंदा रहा इन्हां दियां। आ वड्डा जिहड़ा बलविंदर सिंह मेरी गड्डी चलाउंदा हुंदा सी, ये सिमर नूं मैं हाकम सों दे जिहड़ा साबका मेयर आ उहदे पट्ठे ते मैं लवाया। रोटी नहीं चलदी, काम बिल्कुल डैड सीगा। सरदार मोहन सिंह इन्हां दे पिता जी नौकरी करदे हुंदे सीगे फैक्टरी दे विच। ते अज अरबा खरबापति कित्थों बन गए, लोकां नूं इमानदार कहंदे असीं इमानदार हाँ। लुधियाने दे विच किन्ने इंडस्ट्रीलिस्ट ने, उन्होंने किसी ने पुछ के वेख लो भी इन्नी चढ़ाई किहदी हो गई। फिर जिन्ने अतवादी सी सारे इन्हां दे घरे ठहरदे सीगे और उन्हां दा रुपईया भी इन्हां दे घरे ठहरदा रहा। फिर म्यूनसिपल कारपोरेशन दे विच कांग्रेस नाल समझौता करके ये बलविंदर सिंह बैंस ने 50 लाख रुपया लिया। और ये जिहड़े बंदे आ ये किते अज दे नहीं गे, डाकू ने। ये लोक इंसाफ पार्टी बनाई बैठे आ। लोकां दा इंसाफ की है, ये तो लोकां नाल बेइंसाफी कर रहे हैं। इंसाफ की गल कित्थे आ? ये तो लुटेरे ने, लोकां दे प्लाटां दे कब्जे करने, हेरा फेरियां करनियां, ब्लैकमेल करना लोकां नूं ब्लैकमेल करके उन्हां तों पैसे लेने। म्यूनसिपल कारपोरेशन अज भी इनकुआरी हो जाए सी जून की तो अरबां रुपया निकलूगा। जिहड़ा 500 गज का प्लाट सी उत्थे करके ते 100 गज का प्लाट किया होया कंप्यूटर दे विच। उहदी सारी इनकुआरी तो होवे, किते पता लगे कि करदे की रहे ने। ये अपनी जित लई केवल अपनी जित लई वेंदे आ किहड़ी पार्टी हुण मेरी साडी सपोर्ट कर सकदी आ। कदी कांग्रेस चले जांदे ने कि इन्हां ने महाराणी पटियाले तो सपोर्ट नहीं लई, उहदे नाल नहीं रहे, सिमरजीत सिंह मान नाल नहीं रहे, श्रोमणी अकाली दल विच आए। इन्हां वफादारी किहने कीती है? किहदे नाल? इन्हां किसे नाल वफादारी नहीं कीती, लोकां नाल भी वफादारी नहीं कीती जिन्हां तो वोटां लईआं। किते एक इट नहीं लाई, 2 हलकियां दे विच जाके देख लो, किते एक इट। और ये बंदे जिहड़े आ ये विश्वासघात आ। और मैं समझदा कि सब तो वड्डे जे सब तो वड्डे लभने पैणगे ते लुटेरे आ, जिहड़े कहंदे असीं इंसाफ पसंद आ। इन्ना रुपया कित्थों आया दस्सण तां सही। एडियां एडियां कोठियां कित्थों बन गया? 150 गज का प्लाट मकान सी इन्हां दा। एक मੱਝ हुंदी ਸੀ ਜਿਹੜੀ ਚਾਰਨ वास्ते ਜਾਂਦੀ ਸੀ, दी माता जी गलियां दे उत्थे खेतां दे विच इन्हां कोल है की सीगा। तो इस करके मैं समझदा कि इन्हां दा किते ना किते देर है अंधेर नहीं, किते ना किते पर्दा जिहड़ा वो खुल जाता भी इन्हां ने पिछले समय की सी ते हुण की ने। तो इस करके इन्हां दी इनकुआरी CBI तो होनी चाहिए, सारी डिटेल पुछनी चाहिए आ कि 1992 च की सीगे, 1991 की सी ते उस तो बाद एडी जल्दी इन्नी तरक्की कित्थों कीती इन्हां ने। इहदा जरूर इनकुआरी होनी चाहिए। मैं CBI तो इनकुआरी की मंग करदा। गांधी साहब ਤੁਸੀਂ ਕਹਿੰਦੇ ਕਿ ਬਹੁਤ ਸਾਰੀ ਤਰੱਕੀ ਕੀਤੀ ਤੁਹਾਡੀ ਸਰਕਾਰ 'ਚ ਹੀ ਰਹੇ ਨੇ। एक सैकंड सवाल बाद कर लेना, पहले हरीश जी सारा दस दिन फैक्ट्स फिर सवाल कर नहीं नाल दे बाद कर लेना, कोई नहीं। ਇਹ ਲੇਡੀ ਦੀ ਕੰਪਲੇਂਟ ਹੁਣ ਪਬਲਿਕ ਡੋਮੇਨ 'ਚ ਹੈ, ਸਾਰਿਆਂ ਨੂੰ ਪਤਾ ਹੈ। ਸਿਰਫ ਤੇ ਸਿਰਫ ਜਿੱਥੇ ਚੀਟਿੰਗ ਦੇ ਕੇਸ ਹੋਣ, ਫੋਰਜਰੀ ਦੇ ਕੇਸ ਹੋਣ, ਉਹਦੇ ਵਿੱਚ ਸੁਪਰੀਮ ਕੋਰਟ ਦੀਆਂ ਜਜਮੈਂਟਸ ਹੈ ਕਿ ਕੇਸ ਰਜਿਸਟਰ ਕਰਨ ਤੋਂ ਪਹਿਲਾਂ ਪੁਲਿਸ ਪ੍ਰੀਲਿਮਿਨਰੀ ਇਨਕੁਆਇਰੀ ਕਰ ਸਕਦੀ ਹੈ, ਵਰਨਾ ਜੋ ਡਿਸਕਲੋਜ਼ ਆਫੈਂਸ ਹੁੰਦਾ ਉਹਦਾ ਕੇਸ ਰਜਿਸਟਰ ਕਰਨਾ ਲਾਜ਼ਮੀ ਹੈ। जिथे तक हर्ट केस है, मर्डर केस है, 307 का केस है, रेप का केस है, जो क्लीयर स्पैल आउट विद इंस्टांसिस किया होया, अज तक पुलिस हर केस सीधा रजिस्टर कर दी है। अनफॉर्चुनेट है कि कांग्रेस सरकार की प्रोटैक्शन च इहदे ते केस रजिस्टर नहीं किया जा रहा। ये आशू नाल घ्यो खिचड़ी की गल की है, कल्ला यही नहीं है, ये हर पासे हथ मिला के रखते हैं। आम आदमी पार्टी अज चुप क्यों बैठी है? सिद्धांतिक गल्लां करन वाली पार्टी अज चुप क्यों बैठी है? क्योंकि ये थोड़ा साथी सी,
ਤੁਹਾਡਾ ਹਮਸਾਇਆ ਸੀ ਪਿਛਲੀਆਂ ਅਸੈਂਬਲੀ ਇਲੈਕਸ਼ਨਾਂ 'ਚ। ਆਉਣ ਵਾਲੇ ਭਵਿੱਖ ਦੇ ਵਿੱਚ ਤੁਸੀਂ ਇਹਨੂੰ ਕਿਤੇ ਨਾ ਕਿਤੇ ਆਪਣੇ ਨਾਲ ਬਲੌਕ ਫਸਾਉਣਾ ਚਾਹੁੰਦੇ ਹੋ। ਕੈਪਟਨ ਸਾਹਿਬ ਚੁੱਪ ਕਿਉਂ ਹੈ? ਕਿਆ ਇਹ ਗੱਲਾਂ ਸੱਚੀਆਂ ਕਿ ਕਾਂਗਰਸ ਨਾਲ ਰਲ ਕੇ ਐਤਕੀ ਇਲੈਕਸ਼ਨ ਲੜਨ ਦੀ ਇਹਨਾਂ ਦੀ ਬਿਉਂਤ ਬਣੀ ਹੋਈ ਹੈ? ਕਿਉਂ ਇਹ FIR ਨਹੀਂ ਹੋਈ? ਕਿਆ ਕੈਪਟਨ ਸਰਕਾਰ ਮੌਕਾ ਦੇ ਰਹੀ ਹੈ ਬੈਂਸ ਬ੍ਰਦਰਜ਼ ਨੂੰ ਕਿ ਇਸ ਔਰਤ ਨੂੰ ਡਰਾ ਲੈਣ, ਧਮਕਾ ਲੈਣ, ਲੁਭਾ ਲੈਣ, ਪੈਸੇ ਦੇ ਲੈਣ, ਇਹਦੀ ਆਵਾਜ਼ ਦੱਬ ਦੇਣ, ਮਸਲ ਆਊਟ ਕਰ ਦੇਣ? ਜਿਸ ਦਿਨ ਇਹ ਕੰਪਲੇਂਟ ਦੇ ਕੇ ਜਾਂਦੀ ਹੈ ਕਮਿਸ਼ਨਰ ਨੂੰ ਪਰਸੋਂ ਸਵੇਰੇ, ਸ਼ਾਮ ਨੂੰ ਇਹਨਾਂ ਦਾ ਭਰਾ ਉਹਦੇ ਘਰ ਦੇ ਬਾਹਰ ਖੜ ਕੇ 20 ਫੋਨ ਕਰਦਾ ਉਹਨੂੰ ਬਾਹਰ ਬੁਲਾਉਂਦਾ ਹੈ। ਪਬਲਿਕ ਡੋਮੇਨ 'ਚ ਹੈ ਉਹਦੀ ਸਕਰੀਨਸ਼ਾਟ। ਇਹਦੇ ਇੰਨਾ ਹੀ ਨਹੀਂ ਹੈ, ਫਿਰ ਉਹਦੇ ਬਾਪ ਕੋਲ ਜਾ ਕੇ ਦੱਸਦਾ ਤੇਰੀ ਕੁੜੀ ਨੇ ਆ ਕੀ ਕੀਤਾ, ਬਦਨਾਮ ਹੋਣਗੇ। ਉਹਦੇ ਬਾਪ ਤੇ ਭਰਾ ਨੂੰ ਨਹੀਂ ਸੀ ਪਤਾ, ਉਹਨਾਂ ਨੂੰ ਵੀ ਇਹਦੇ ਅਗੇਂਸਟ ਕਰਨ ਦੀ ਕੋਸ਼ਿਸ਼ ਕੀਤੀ। ਇਹਦੇ ਬਾਵਜੂਦ ਉਹ ਕੁੜੀ ਦਲੇਰੀ ਨਾਲ ਕੱਲ ਬਿਆਨ ਦੇ ਕੇ ਗਈ ਹੈ। WhatsApp ਇਹਨਾਂ ਦੇ ਤੇ ਇਹਨਾਂ ਦੇ ਭਰਾ ਦੇ ਸਿਮਰਜੀਤ ਸਿੰਘ ਲਗਾਤਾਰ ਹੈਲੋ ਹਾਏ ਕਾਹਦੇ ਲਈ ਬੁਲਾਉਂਦੇ ਹੈ? ਦਫ਼ਤਰ 'ਚ ਪਹੁੰਚ ਜਾ, ਪਿਛਲੇ ਦਫ਼ਤਰ 'ਚ ਬੈਠ ਜਾ, ਮੈਂ ਆ ਗਿਆ। ਫਿਰ ਅੱਜ ਕਿੱਥੇ ਆਵਾਂ? ਅੱਜ ਭਾਬੀ ਘਰ ਆ ਜਾ। ਕਿਹੜਾ ਭਾਬੀ ਕੀ ਆ? ਉਹ ਕੁੜੀ ਨੇ ਬਿਆਨ ਦਿੱਤੇ ਹੈ, ਲਾਈਵ ਹੋ ਕੇ ਸਟੇਟਮੈਂਟ ਦਿੱਤੀ ਹੈ ਕਿ ਭਾਬੀ ਦੇ ਨਾਲ ਵੀ ਇਹਨਾਂ ਦੇ ਰਿਸ਼ਤੇ ਅਜੀਬ ਹੈ। ਭਾਬੀ ਦੇ ਮੁੰਡੇ ਨੂੰ ਇਸ ਕੁੜੀ ਦੇ ਸਾਹਮਣੇ ਸੋਡਮਨਾਈਜ਼ ਕੀਤਾ ਹੈ। ਇਸ ਕੁੜੀ ਦਾ ਫਿਰ ਰੇਪ ਉਸ ਮੁੰਡੇ ਦੇ ਸਾਹਮਣੇ ਕੀਤਾ ਹੈ ਕਿ ਉਹ ਦੋਨੇ ਇੱਕ ਦੂਜੇ ਅੱਗੇ ਨੰਗੇ ਹੋਣ, ਸ਼ੇਅਰ ਨਾ ਕਰਨ। ਇੰਨੀ ਘਿਨੌਣੀ ਹਰਕਤ ਰੇਪ ਤਾਂ ਕੋਈ ਕਰਦਾ ਸੁਣਿਆ ਹੈ, ਇਹ ਸੈਡਿਸਟਿਕ ਪਲੇਜਰਸ ਲੈਂਦਾ ਸੈਕਸ਼ੂਅਲ ਅਸੌਲਟਸ ਕਰਨ ਦਾ। ਇਹ ਲੱਗਦਾ ਹੈ ਕਿ ਇੱਕ ਹੈਬਿਚੁਅਲ ਸਿਕ ਮੈਨ ਹੈ। ਐਂਡ ਇਹਦਾ ਭਰਾ ਕੀ ਕਹਿੰਦਾ ਹੈ ਉਸ ਨੂੰ? ਚਿਹਰਾ ਤਾਂ ਦਿਖਾ ਦਿਓ, ਮੁਖੜਾ ਤਾਂ ਦਿਖਾ ਦਿਓ, ਫੇਸ ਤੇ ਤਾਂ ਆ ਜਾਓ। ਇਹ ਕੀ ਚੱਲ ਰਿਹਾ ਹੈ? ਇਹ ਕਹਿਣਾ ਚਾਹੁੰਦੇ ਆ ਕਿ ਮੈਂ ਪਾਣੀਆਂ ਦੀ ਲੜਾਈ ਵਿੱਢੀ ਹੈ ਤਾਂ ਆਇਆ। ਬੈਂਸ ਸਾਹਿਬ ਇਹ 6 ਮਹੀਨੇ ਤੋਂ ਜਿਹੜੇ ਹਾਏ ਤੇ ਭਾਬੀ ਦੇ ਘਰ ਤੇ ਬਲਜਿੰਦਰ ਕੌਰ ਨੂੰ ਭੇਜਦੇ ਸੀ, ਇਹਨਾਂ ਪੰਗਾ ਨਾ ਲਈ। ਬੈਂਸ ਤਾਂ ਇਹਦੇ ਥੱਲੇ ਹੀ ਰਹੋ ਇਸ ਢੰਗ ਨਾਲ। ਇਹ ਬੜਾ ਅਨਫੋਰਚੂਨੇਟ ਹੈ। ਇਹ ਅਨਪ੍ਰੈਸੀਡੈਂਟਡ ਕੇਸ ਹੈ ਇੰਡੀਅਨ ਇਤਿਹਾਸ 'ਚ, ਪੰਜਾਬ ਦੇ ਇਤਿਹਾਸ 'ਚ, ਕਿ ਪ੍ਰੋਂਪਟਲੀ ਕੇਸ ਰਜਿਸਟਰ ਨਾ ਕੀਤਾ ਹੋਵੇ, ਇਸ ਲੇਡੀ ਨੂੰ ਪ੍ਰੋਟੈਕਸ਼ਨ ਨਾ ਦਿੱਤੀ ਹੋਵੇ। ਕਿੰਨਾ ਰੌਲਾ ਪਾਉਂਦੇ ਸੀ ਯੂਪੀ ਦੇ ਕੇਸ ਦਾ। ਕੈਪਟਨ ਸਾਹਿਬ 5 ਦਿਨਾਂ ਦੇ ਵਿੱਚ ਤੁਸੀਂ ਚਲਾਨ ਦਿੱਤਾ ਇੱਕ ਕੇਸ ਦਾ, ਰੇਪ ਦਾ, ਪੰਜਾਬ ਦਾ। ਜੇ ਇਹਨੂੰ ਹਫਤੇ 'ਚ ਦਿਓਗੇ ਤਾਂ ਤੁਹਾਨੂੰ ਮੰਨਾਂਗੇ, ਨਹੀਂ ਤਾਂ ਯੂ ਆਰ ਕੰਪਲਿਸ ਆਫ ਦਿਸ ਮੈਨ। ਤੁਹਾਡੀ 60 ਗਾਂਠ ਹੈ ਇਸ ਕ੍ਰਾਈਮਸ ਦੇ ਵਿੱਚ। ਤੇ ਮੈਂ ਤਾਂ ਇਹ ਵੀ ਡਿਮਾਂਡ ਕਰੂੰਗਾ ਕਿ ਇਹਦੀ ED ਦੀ ਇਨਕੁਆਇਰੀ ਹੋਣੀ ਚਾਹੀਦੀ ਹੈ। ਇਹਦੀ ਵੈਲਥ ਕਿੱਥੋਂ ਆਈ ਹੈ, ਕਿੱਥੋਂ ਇਹਨੇ ਇੰਨੀ ਵੈਲਥ ਕੀਤੀ ਹੈ? ਕੈਪਟਨ ਸਾਹਿਬ ਦੀ ਜੇ ਵਿਜੀਲੈਂਸ ਵਿਭਾਗ ਹੱਥ ਤੇ ਹੱਥ ਧਰ ਕੇ ਬੈਠਾ ਹੈ ਤਾਂ ਸੈਂਟਰਲ ਗਵਰਨਮੈਂਟ ਨੂੰ ਬੇਨਤੀ ਕਰਾਂਗੇ ਤੁਹਾਡੇ ਮਾਧਿਅਮ ਤੋਂ ਕਿ ਉਹਨਾਂ ਨੂੰ ਇਹਨਾਂ ਤੇ ਐਕਸ਼ਨ ਲੈਣਾ ਚਾਹੀਦਾ ਹੈ। ਇਹਨਾਂ ਦੀ ਗਰੋਥ ਆਫ ਵੈਲਥ ਡੈਫੀਨੇਟਲੀ ਅਸਰਟਨ ਕਰਨੀ ਚਾਹੀਦੀ ਹੈ। ਐਂਡ ਮੈਂ ਸਮਝਦਾ ਕਿ ਜੇ ਇਮੀਡੀਏਟਲੀ ਇਹਦੇ ਤੇ ਕੇਸ ਰਜਿਸਟਰ ਹੋ ਕੇ ਇਹਨੂੰ ਅਰੈਸਟ ਨਹੀਂ ਕੀਤਾ ਜਾਂਦਾ, ਇਟ ਮੀਨਸ ਈਵਨ ਇੱਥੇ ਦੀ ਲੋਕਲ ਕਾਂਗਰਸ ਲੀਡਰਸ਼ਿਪ ਨਹੀਂ, ਇੰਟਾਇਰ ਲੀਡਰਸ਼ਿਪ ਆਫ ਕਾਂਗਰਸ ਇਹਨਾਂ ਦੀ ਕੰਪਲਿਸ ਹੈ ਤੇ ਇਹਨਾਂ ਦੇ ਨਾਲ ਕਿਤੇ ਨਾ ਕਿਤੇ ਰਲੀ ਹੋਈ ਹੈ। ਸੋ ਇਹ ਅਨਫੋਰਚੂਨੇਟ ਹੋਊਗਾ ਜੇ ਇਸ ਕਿਸਮ ਦੇ ਦਰਿੰਦੇ ਨੂੰ ਲਗਾਮ ਨਹੀਂ ਪਾਈ ਜਾਊ। ਬਹੁਤ ਬਹੁਤ ਧੰਨਵਾਦ ਸਰ। ਇੱਕ ਪਹਿਲਾਂ ਬੋਲ ਲੈਣ ਫਿਰ ਤੋਂ ਪਹਿਲਾਂ ਕਰ ਲਓ ਜੀ, ਉਹ ਲਾਈਵ ਚੱਲ ਰਿਹਾ ਸੀ ਉਹਦੇ ਟਾਈਮ ਲਾਈਵ। ਇਹ ਸਾਡੀ ਸੂਬੇ ਦੀ ਬਦਕਿਸਮਤੀ ਹੈ। ਉੱਚੀ ਸਪੀਕਰਾਂ 'ਚ ਆਵੇ। ਲੇਡੀ 3 ਦਿਨ ਤੋਂ ਵਿਚਾਰੀ ਧੱਕੇ ਖਾਂਦੀ ਫਿਰ ਰਹੀ ਆ। ਲੇਡੀ ਦੇ ਨਾਲ ਕੋਈ ਪੋਲੀਟੀਕਲ ਬੰਦਾ ਤਾਂ ਕੋਈ ਨਹੀਂ ਗਿਆ, ਆਪਣੇ ਆਪ ਗਈ। ਇਹ ਤੋਂ ਪੰਜਾਬ ਦਾ ਮਾੜਾ ਕੇਸ ਕੀ ਹੋ ਸਕਦਾ ਹੈ ਕਿ ਉਹ ਦਰ ਦੀਆਂ ਠੋਕਰਾਂ ਖਾ ਰਹੀ ਹੈ ਤੇ ਪਰਚਾ ਦਰਜ ਨਹੀਂ ਹੋ ਰਿਹਾ। ਇਹਦਾ ਮਤਲਬ ਇਹ ਹੈ ਕਿ ਸਰਕਾਰ ਵੀ ਹੋਰ ਵੀ ਸਾਰੇ ਰਲੇ ਮਿਲੇ ਨੇ। ਜੇ ਮੈਂ ਸਮਝਦਾ ਇਸ ਲੇਡੀ ਨੂੰ ਵੀ ਇਨਸਾਫ ਨਹੀਂ ਮਿਲਦਾ ਤਾਂ ਆਉਣ ਵਾਲੇ ਸਮੇਂ 'ਚ ਅਸੀਂ ਆਸ ਨਾ ਰੱਖੀਏ, ਚਾਹੇ ਕੋਈ ਪ੍ਰੈਸ ਹੋਵੇ, ਚਾਹੇ ਕੋਈ ਪੋਲੀਟੀਕਲ ਬੰਦਾ ਹੋਵੇ, ਚਾਹੇ ਕੋਈ ਹੋਰ ਬੰਦਾ ਹੋਵੇ ਜਿਹਨੂੰ ਕੋਈ ਇਨਸਾਫ ਮਿਲਦੀ ਆਸ ਹੋ। ਤਾਂ ਮੈਂ ਸਮਝਦਾ ਸਾਰੀਆਂ ਗੱਲਾਂ ਗਰੇਵਾਲ ਸਾਹਿਬ ਨੇ, ਕਾਪੀ ਸਾਹਿਬ ਨੇ, ਟਾਂਡਾ ਸਾਹਿਬ ਨੇ ਤੁਹਾਡੇ ਨਾਲ ਕੀਤੀਆਂ ਨੇ। ਇਹ ਬਹੁਤ ਵੱਡਾ ਕੇਸ ਜਨਤਾ ਦੇ ਸਾਹਮਣੇ ਆਇਆ। ਸਾਹਮਣੇ ਵੀ ਜਿਹੜੇ ਤਕਰੀਬਨ ਹਰੇਕ ਦੇ ਘਰ ਦੇ ਵਿੱਚ ਬੱਟੇ ਮਾਰਦੇ ਸੀ, ਹਰੇਕ ਦੇ ਘਰ ਦੇ ਵਿੱਚ ਜਾ ਕੇ ਬੱਟੇ ਮਾਰਦੇ ਸੀਗੇ, ਤੇ ਅੱਜ ਜਦੋਂ ਉਹਨਾਂ ਨੇ ਕੋਈ ਬੱਟਾ ਨਹੀਂ ਕਿਸੇ ਨੇ ਮਾਰਿਆ, ਅੱਜ ਤਾਂ ਲੇਡੀ ਵਿਚਾਰੀ ਆਪ ਦਾਦਾ ਤੇ ਠੋਕਰਾਂ ਖਾ ਰਹੀ ਹੈ। ਸੋ ਇਹ ਕੇਸ ਹਰ ਹਾਲਤ ਦੇ ਵਿੱਚ ਬਿਨਾਂ ਦੇਰੀ ਤੋਂ ਰਜਿਸਟਰ ਹੋਣਾ ਚਾਹੀਦਾ।
ਉਹ ਜਿਹੜੀ ਲੇਡੀ ਆ ਉਹਨੂੰ ਵਿਚਾਰੀ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਜੇ ਉਹ ਲੇਡੀ ਨੂੰ ਇਨਸਾਫ ਨਾ ਮਿਲਿਆ ਤਾਂ ਅਸੀਂ ਵੀ ਰਾਸ ਨਾ ਰੱਖੀਏ ਕਿਸੇ ਨੂੰ ਕੋਈ ਇਨਸਾਫ ਨਹੀਂ। ਮੈਂ ਇੱਕ ਗੱਲ ਇੱਥੇ ਹੋਰ ਕਹਿਣੀ ਚਾਹੁੰਦਾ ਹਾਂ ਕਿ ਆਹ ਚਾਟ ਹੈ ਜਿਹੜੀ ਟਾਂਡਾ ਸਾਹਿਬ ਨੇ ਤੁਹਾਨੂੰ ਦਿਖਾਈ ਹੈ, ਚਾਟ ਜਿਹੜੀ ਚੈਟ ਬਿਟਵੀਨ ਦਿਸ ਲੇਡੀ ਐਂਡ ਬੈਂਸ ਹੈ, ਇਹ 18-20 ਸਫ਼ਿਆਂ ਦੀ ਹੈ, ਇੱਕ ਦਿਨ ਦੀ ਨਹੀਂ। ਜੇ ਇਹ ਹੁਣ ਦੱਸਣ, ਬੈਂਸ ਸਾਹਿਬ ਕਹਿੰਦੇ ਹੈ ਕਿ ਰਾਜਨੀਤਿਕ ਸ਼ੋਸ਼ਣ ਹੋ ਰਿਹਾ ਹੈ। ਸਰਦਾਰ ਸਿਮਰਜੀਤ ਸਿੰਘ ਜੀ, ਜੇ ਰਾਜਨੀਤਿਕ ਸ਼ੋਸ਼ਣ ਕਰਨ ਵਾਲੀ ਸੀ ਆਪਾਂ 6 ਮਹੀਨੇ ਦੇ ਨਾਲ ਕਿਉਂ ਇਹ ਜਾਰੀ ਪਾਈ ਹੋਈ ਸੀ? ਆ ਕਿਉਂ ਮੈਸੇਜ ਇਹੋ ਜਿਹੇ ਕਰ ਰਹੇ ਸੀ ਜਿਹੜੇ ਪਰਸਨਲ ਫਰੈਂਡਲੀ ਮੈਸੇਜ ਹੁੰਦੇ ਆ, ਕਿਉਂ ਕਰ ਰਹੇ ਸੀ? ਜੇ ਉਹ ਓਪਰੀ ਸੀ, ਜੇ ਇਹ ਰਾਜਨੀਤਿਕ ਖੇਡ ਰਹੀ ਸੀ ਤੇ ਆਪਣੀ ਇੰਨੀ ਸਾਂਝ ਕਿਉਂ? ਕਿਉਂਕਿ ਇੱਕ ਹੱਦ ਤੱਕ ਹੁੰਦਾ ਕੋਈ ਬੰਦਾ ਜ਼ਿਆਦਤੀ ਨੂੰ ਟੋਲਰੇਟ ਕਰ ਸਕਦਾ। ਜਦ ਉਸ ਔਰਤ ਦੇ ਸਿਰੋਂ ਪਾਣੀ ਲੰਘਿਆ, ਮੈਂ ਇੱਕ ਗੱਲ ਇੱਥੇ ਹੋਰ ਵੀ ਬੜੀ ਤੁਹਾਡੇ ਸਾਹਮਣੇ ਕਲੀਅਰ ਕਰਨੀ ਚਾਹੁੰਦਾ ਹੈ ਕਿ ਇਹ ਜਿਹੜੀ ਰਾਜਨੀਤੀ ਕਹਿੰਦੇ ਆ, ਸ਼੍ਰੋਮਣੀ ਅਕਾਲੀ ਦਲ 2 ਦਿਨ ਦਾ ਚੁੱਪ ਬੈਠਾ ਸੀ, ਪਰ ਜਦ ਅੱਜ ਅਸੀਂ ਦੇਖਿਆ ਕਿ ਉਸ ਬੱਚੀ ਨੇ ਆਪ ਪ੍ਰੈਸ ਕਾਨਫਰੰਸ ਕਰ ਲਈ ਹੈ, ਅਸੀਂ ਉਦੋਂ ਬਾਅਦ ਫਿਰ ਇਹ ਮੰਚ ਬਣਾਇਆ ਕਿ ਦੇਖੋ ਕਿੱਡੀ ਉਹ ਡੈਸਪਰੇਟ ਔਰਤ ਹੈ, ਕਿੱਡੀ ਉਹ ਫਰਸਟ੍ਰੇਟਡ ਔਰਤ ਹੈ, ਕਿੱਡੀ ਉਹ ਵਿਚਾਰੀ ਇਸ ਵੇਲੇ ਹਾਲਾਤਾਂ ਦੇ ਵਿੱਚ ਘਿਰੀ ਹੋਈ ਔਰਤ ਹੈ ਜਿਹਨੇ ਕਿਹਾ ਕਿ ਜੇ ਮੈਨੂੰ ਇਨਸਾਫ ਨਾ ਮਿਲਿਆ ਮੈਂ ਸੁਸਾਈਡ ਕਮਿਟ ਕਰ ਲਵਾਂ। ਮੈਂ ਇੱਕ ਗੱਲ ਬਹੁਤ ਸਪਸ਼ਟ ਕਰ ਦੇਣੀ ਚਾਹੁੰਦਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਵੀ, ਸਰਕਾਰਾਂ ਪੋਲੀਟੀਕਲ ਬੰਦੇ ਕੁਝ ਗਲਤ ਕਰਾਉਣ ਨਾ ਕਰਾਉਣ, ਆਖਰ ਜਿਹੜੇ ਨਹੀਂ ਕਰਦੇ ਭੁਗਤਣੀਆਂ ਉਹਨਾਂ ਨੂੰ ਪੈਂਦੀਆਂ ਨੇ। ਸਮੇਂ ਨਾਲ ਰਿਸਪੌਂਸਿਬਿਲਿਟੀ ਉਹ ਅਫਸਰਾਂ ਤੇ ਆਉਂਦੀ ਹੈ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਹ ਕੰਮ ਕੀਤਾ ਜਾਵੇ ਤੇ ਉਹ ਨਹੀਂ ਕਰਨਗੇ। ਮੈਂ ਉਹਨਾਂ ਨੂੰ ਇਸ ਗੱਲ ਦੀ ਬੇਨਤੀ ਵੀ ਕਰਦਾ ਤੇ ਇਸ ਗੱਲ ਦੀ ਚੇਤਾਵਨੀ ਵੀ ਦਿੰਦਾ ਹੈ ਕਿ ਸਰਕਾਰਾਂ ਹਮੇਸ਼ਾ ਇੱਕੋ ਨਹੀਂ ਰਹਿੰਦੀਆਂ ਹੁੰਦੀਆਂ, ਸਮੇਂ ਇੱਕੋ ਨਹੀਂ ਰਹਿੰਦੇ ਹੁੰਦੇ। ਇਹ ਲੇਖੇ ਜੋਖੇ ਹੋਣਗੇ, ਕੌਗਨੀਜ਼ੇਬਲ ਅਫੈਂਸ ਹੈ ਜਿਹਦੇ ਵਿੱਚ ਲਾਈਫ ਇੰਪ੍ਰਿਜ਼ਨਮੈਂਟ ਹੈ। ਇਹ ਟਾਈਮ ਬਾਰਡ ਨਹੀਂ ਹੋਣਾ, ਸਮਾਂ ਪੈਣ ਤੇ ਕੇਸ ਰਜਿਸਟਰ ਹੋਣਾ, ਟ੍ਰਾਇਲ ਕੋਰਟ ਛੋਣੀ ਹੈ। ਇਮਾਨਦਾਰੀ, ਸਰਕਾਰ ਦੀ ਜ਼ਿੰਮੇਵਾਰੀ, ਸਰਕਾਰ ਦੀ ਇਨਸਾਨੀਅਤ, ਸਰਕਾਰ ਦਾ ਔਰਤ ਪ੍ਰਤੀ ਰਿਸਪੈਕਟ ਅੱਜ ਸਟੇਕ ਤੇ ਹੈ। ਜੇ ਉਹ ਇਸ ਕੇਸ ਵਿੱਚ 1 ਹਫ਼ਤੇ ਦੇ ਅੰਦਰ ਚਲਾਨ ਪੇਸ਼ ਕਰਕੇ ਸਪੈਸ਼ਲ ਕੋਰਟ ਤੋਂ ਵਿਦਿਨ 1 ਮੰਥ ਟ੍ਰਾਇਲ ਨਹੀਂ ਕਰਾਉਂਦੇ ਤਾਂ ਇਹਦਾ ਮਤਲਬ ਹੈ ਕਿ ਜੋ ਕੁਝ ਸਰਦਾਰ ਸਿਮਰਜੀਤ ਸਿੰਘ ਬੈਂਸ ਨੇ ਕੀਤਾ ਉਹ ਗਵਰਨਮੈਂਟ ਦੀ ਪ੍ਰੋਟੈਕਸ਼ਨ ਤਹਿਤ ਕੀਤਾ ਹੈ। ਗਵਰਨਮੈਂਟ ਉਸ ਗੱਲ ਦੀ ਪਾਰਟੀ ਹੈ, ਜਿਵੇਂ ਹਰੀਸ਼ ਰਾਏ ਜੀ ਨੇ ਕਿਹਾ ਕਿ ਅਸੀਂ ਤਾਂ ਕਹਾਂਗੇ ਕਿ ਉਹ ਇਸ ਕਨਸਪੀਰੇਟਰ ਨੇ ਇਸ ਗੱਲ ਵਿੱਚ। ਤੇ ਇੱਕ ਗੱਲ ਬੜੀ ਸਪਸ਼ਟ ਹੈ, ਜੇ ਕਹੋ ਕੱਲੇ ਆਸ਼ੂ ਦੇ ਬਚਾਇਆ ਬਚ ਗਿਆ, ਸ਼ਾਇਦ ਆਸ਼ੂ ਦੇ ਆਖੇ ਕੱਲੇ ਇੰਨਾ ਤਾਂ ਨਹੀਂ ਬਚਾਉਂਦੇ, ਇਹਦਾ ਮਤਲਬ ਉੱਪਰੋਂ ਵੀ ਕਾਂਗਰਸ ਰਲੀ ਹੋਈ ਹੈ। ਆਸ਼ੂ ਨਾਲ ਤਾਂ ਇਹਦੀ ਜਾਰੀ ਜਗ ਜ਼ਾਹਰ ਹੈ ਕਿਉਂਕਿ ਟੈਰੋਰਿਸਟਾਂ ਨੂੰ ਉਹ ਸਾਂਭਦੇ ਰਹੇ, ਟੈਰੋਰਿਸਟਾਂ ਨੂੰ ਇਹ ਸਾਂਭਦੇ ਰਹੇ। ਉਹ ਗੱਲ ਨਹੀਂ। ਇੱਕ ਗੱਲ ਬਹੁਤ ਜ਼ਿੰਮੇਵਾਰੀ ਨਾਲ ਅੱਜ ਸ਼੍ਰੋਮਣੀ ਅਕਾਲੀ ਦਲ ਮੰਗ ਕਰਦਾ ਹੈ ਕਿ ਅਕਾਲੀ ਦਲ ਵਿਲ ਨਾਟ ਟੇਕ ਇਟ ਲਾਈਂਗ ਡਾਊਨ। ਅਕਾਲੀ ਦਲ ਮਾਂ ਪਾਰਟੀ ਹੈ ਪੰਜਾਬ ਦੀ, ਅਸੀਂ ਹਰ ਗੱਲ ਉੱਥੇ ਤੱਕ ਕਾਨੂੰਨ ਦੇ ਦਾਇਰੇ ਵਿੱਚ ਰਹਿੰਦੇ ਹੋਏ ਲਿਜਾਵਾਂਗੇ ਜਿੱਥੇ ਬੱਚੀ ਨੂੰ ਇਸ ਨੂੰ ਇਨਸਾਫ ਮਿਲੇ। ਮੈਂ ਇੱਕ ਜਦ ਵਕਾਲਤ ਕਰਦਾ ਸੀ ਉਦੋਂ ਦੀ ਤੁਹਾਨੂੰ ਇੱਥੇ ਕਨਵਿਕਸ਼ਨ ਹੋਈ ਹੈ ਕੇਸ ਵਿੱਚ, ਰੇਪ ਦੇ 'ਚ, ਤੇ ਜੱਜ ਸਾਹਿਬ ਨੇ ਇੱਕੋ ਹੀ ਗੱਲ ਤੇ ਲਿਖਤੀ ਕਨਵਿਕਸ਼ਨ, ਉਹ ਸੁਪਰੀਮ ਕੋਰਟ ਤੱਕ ਬਹਾਲ ਰਹੀ ਕਿ ਮੈਨੂੰ ਇਸ ਗੱਲ ਦਾ ਜਵਾਬ ਦਿਓ। ਮੁਲਜ਼ਮ ਦੇ ਵਕੀਲਾਂ ਨੂੰ ਕਹਿਣ ਲੱਗੇ ਜੀ ਕਿ ਇਹ ਬੁੜੇ ਨੇ, ਨਿਆਣੀ ਹੈ, ਉਹ 55 ਸਾਲ ਦੇ ਨੇ, 19 ਸਾਲ ਦੀ ਹੈ। ਜੱਜ ਸਾਹਿਬ ਕਹਿਣ ਲੱਗੇ ਕਿ ਮੈਨੂੰ ਇਸ ਗੱਲ ਦਾ ਜਵਾਬ ਦੇ ਦਿਓ ਕਿ ਸਾਰੇ ਸ਼ਹਿਰ ਵਿੱਚੋਂ, ਇਹ ਸਾਰੇ ਪਿੰਡ ਵਿੱਚੋਂ ਇਹ ਬੱਚੀ ਨੇ, ਇਹਨਾਂ ਦੇ ਨਾਂ ਕਿਉਂ ਨੇ? ਇਹਦੀ ਐਕਸਪਲੇਨੇਸ਼ਨ ਦਿਓ, ਦੱਸਣ ਐਕਸਪਲੇਨੇਸ਼ਨ ਦੇਣ ਕਿ ਇਸ ਔਰਤ ਦਾ ਕੀ ਉਹਨਾਂ ਦੇ ਨਾਲ ਇੰਨਾ ਟਕਰਾਅ ਸੀਗਾ ਕਿ ਉਹਨਾਂ ਨੇ ਇੰਨਾ ਲਿਆ। ਨਾਲੇ ਜਿਹੜਾ ਚਾਰਜ ਲੱਗਿਆ ਉਹ ਤਾਂ ਮੈਡੀਕਲੀ ਪ੍ਰੂਵ ਹੋ ਜਾਣਾ। ਕਿਉਂ ਨਹੀਂ ਕਰਾਉਂਦੇ ਮੈਡੀਕਲ? ਕਿਉਂ ਨਹੀਂ ਇਹ ਗੱਲ ਸਾਹਮਣੇ ਲਿਆਉਂਦੇ? ਨਾਰਕੋ ਐਨਾਲਿਸਿਸ ਹੋਣਗੇ। ਕਿਉਂ ਨਹੀਂ ਦੁੱਧ ਪਾਣੀ ਕਰਦੇ? ਇਸ ਗੱਲ ਵਿੱਚ ਮੈਂ ਇੱਕ ਗੱਲ ਸਪਸ਼ਟ ਕਰ ਦੇਣੀ ਚਾਹੁੰਦਾ ਕਿ ਬੈਂਸ ਸਾਹਿਬ ਬਥੇਰੇ ਐਕਸਪਲਾਈਟ ਕਰ ਲਿਆ ਲੋਕਾਂ ਨੂੰ। ਪਹਿਲਾਂ ਤਾਂ ਅੱਜ ਪਹਿਲਾ ਵੱਡਾ ਪੁੰਨ ਇਹ ਕਰੋ ਕੇਸ ਰਜਿਸਟਰ ਹੋਣ ਤੋਂ ਪਹਿਲਾਂ ਲੋਕ ਧੱਕਾ ਪਾਰਟੀ ਰੱਖ ਲਓ, ਇਹਦਾ ਨਾਂ ਲੋਕ ਇਨਸਾਫ ਮਿਟਾ ਦਿਓ। ਨਹੀਂ, ਔਰਤ ਘਾਤ ਪਾਰਟੀ। ਇਨਸਾਫ ਵਾਲੀ ਗੱਲ ਤਾਂ ਤੁਹਾਡੀ ਹਿਸਟਰੀ 'ਚੋਂ ਮੁੱਕ ਗਈ। ਮੈਂ ਅੱਜ ਹੋਰ ਗੱਲ ਨਹੀਂ ਕਰਨੀ ਚਾਹੁੰਦਾ। ਸਾਡੇ ਕੋਲ ਉਦੋਂ ਬਾਅਦ ਕਈ ਟੈਲੀਫੋਨ ਆਏ ਨੇ ਜਿਹਦੇ ਵਿੱਚ ਲੋਕਾਂ ਨੇ ਜ਼ਿਆਦਤੀਆਂ ਦੱਸੀਆਂ ਨੇ ਕਿ ਜਿਹੜਾ ਇਹਨਾਂ ਦਾ ਦਫ਼ਤਰ ਆ ਉਹ ਇੰਟੈਰੋਗੇਸ਼ਨ ਸੈਂਟਰ ਆ, ਉੱਥੇ ਬੁਲਾ ਕੇ ਕਿਵੇਂ ਧੱਕੇ ਕਰਦੇ ਨੇ ਲੋਕਾਂ ਦੇ ਨਾਲ, ਉਹ ਫੇਰ ਕਰਾਂਗੇ ਗੱਲ। ਅੱਜ ਸਿਰਫ ਅਸੀਂ ਇੱਥੇ ਕੇਂਦਰਿਤ ਰਹਿਣ ਦਿੰਦੇ ਆ। ਇੱਕ ਐਡ ਕਰਾਂ, ਇਹਨਾਂ ਦੇ ਗਨਮੈਨਸ ਨੂੰ ਪਤਾ ਹੈ, ਉਹ ਕਹਿੰਦੇ ਜੇ ਭਾਬੀ ਦੇ ਕਮਰੇ ਦੀ ਬੱਤੀ ਬੰਦ ਹੋ ਗਈ, ਕਹਿੰਦੇ ਲੋ ਜੀ ਕੰਮ ਚਾਲੂ ਹੋ ਗਿਆ। ਐਵਰੀਵਨ ਨੋਸ, ਬੱਚਾ ਜਾਣਦਾ। ਲੀਗਲ ਇਹਦੇ ਵਿੱਚ ਕੀ ਹੈ? ਹੁਣ ਪੁਲਿਸ ਰਜਿਸਟਰ ਨਹੀਂ ਕਰ ਰਹੀ ਕੇਸ, ਅੱਗੇ ਜਾ ਕੇ ਦੱਸਾਂਗੇ। ਪੁਲਿਸ ਨੂੰ ਕੇਸ ਰਜਿਸਟਰ ਕਰਨਾ ਪਊ।
ਸਿੱਧੇ ਕਰਦੇ ਆ ਕਿ ਛਿੱਤਰ ਖਾ ਕੇ ਕਰਦੇ ਆ, ਇਹ ਦੇਖਣਾ ਕਰਨਾ ਨੂੰ ਪੈਣਾ। ਕਾਨਾ ਸਾਹਿਬ 3 ਦਿਨ ਹੋ ਗਏ, ਦੇਰ ਤੱਕ ਕਰ ਅੱਜ ਤੀਸਰਾ ਦਿਨ ਹੈ। ਪਰਸੋਂ ਮਿਲੀ ਸੀ ਉਹ ਲੇਡੀ, ਕੱਲ ਵੀ ਕੁਝ ਨਹੀਂ ਹੋਇਆ, ਅੱਜ ਵੀ ਕੁਝ ਨਹੀਂ ਹੋਇਆ। ਅਗਰ ਨਹੀਂ ਕਰਦੇ ਤਾਂ ਫਿਰ ਅਕਾਲੀ ਦਲ ਗਵਰਨਮੈਂਟ ਨੂੰ ਪ੍ਰੈਸ਼ਰਾਈਜ਼ ਕਰਨ ਲਈ ਕੀ ਸਟੈਪ ਚੁੱਕੋ? All means which are available to us we will take. Including- all including everything. all Ensure justice to the lady. ਗਰੇਵਾਲ ਸਾਹਿਬ infinite ਜਾਵਾਂਗੇ ਅਸੀਂ। ਉਹ ਕਹਿ ਰਹੇ ਆ ਕਿ ਸਿਆਸੀ ਬਦਲਾਖੋਰੀ ਆ, ਜਦੋਂ ਅਸੀਂ ਯਾਤਰਾ ਕੱਢੀ ਆ ਉਸੇ ਦਿਨ ਇਹ ਕੰਪਲੇਂਟ ਹੋਈ ਹੈ। ਆ ਇੰਨੇ ਮਹੀਨੇ ਪਹਿਲਾਂ ਦੇ ਮੈਸੇਜ ਕਿੱਥੋਂ ਆ ਗਏ? ਉਹ ਯਾਤਰਾ ਕੱਢਦੇ ਹੀ ਇਸ ਕੰਮ ਲਈ ਆਪਣਾ ਆਪ ਨੂੰ ਸਪਾਉਣ ਵਾਸਤੇ। ਹੋਰ ਯਾਤਰਾ 'ਚ ਕੀ ਲੱਭਣਾ ਉਹਨਾਂ ਨੂੰ? ਇੱਥੇ ਤਾਂ ਕੰਮ ਨਹੀਂ ਕਰਦੇ, ਇੱਥੇ ਡੱਕਾ ਤੋੜਦੇ ਨਹੀਂ ਕਿਸੇ ਦਾ। ਯਾਤਰਾ ਇਸ ਆ ਕਰਕੇ ਮੈਸੇਜ ਕੀ ਸਾਡਾ ਹੈ? ਝੂਠੇ ਇਹਦਾ ਭਰਾ ਬੰਦੇ ਕਹਿੰਦਾ ਚਿਹਰਾ ਤਾਂ ਦਿਖਾ ਦਿਓ, ਆ ਲੋ ਚੰਨ ਤਾਂ ਦਿਖਾ ਦਿਓ, ਇਹ ਕੀ ਹੈ? ਉਹ ਕਹਿੰਦੀ ਮੈਂ ਬੱਚਿਆਂ ਕੋਲ ਹੈ ਇਸ ਲਈ ਮੈਂ ਤੇਰਾ ਫੋਨ ਨਹੀਂ ਚੱਕ ਰਹੀ। ਸਾਡੇ ਗਰੀਬਾਂ ਦਾ ਵੀ ਧਿਆਨ ਕਰ ਲੋ, ਇਹਦਾ ਭਰਾ ਕਹਿੰਦਾ ਹੈ। ਇਹ ਕੀ ਹੈ? ਵਾਟ ਆਰ ਥੀਸ ਮੈਸੇजेस? ਕਿਹੜਾ ਭਾਈ ਹੈ ਜੀ? ਆ ਭਰਾ ਦਾ ਨਾਮ ਕਰਮਜੀਤ। ਆ ਉਹਦੀਆਂ ਫੋਟੋਆਂ, ਉਹਦੇ ਮੈਸੇਜ ਹੈ, ਉਹਦੇ ਲੇਡੀ ਕੋਲ ਸੇਵਡ ਹੈ। ਇਹਨੇ ਕਈ ਡਿਲੀਟ ਕੀਤੇ ਹੋਏ ਆ ਮੈਸੇਜ ਜਿਹੜੇ ਗੰਦਗੀ ਦੇ ਹੋਣੇ ਆ। ਉਹ ਮੈਸੇਜ ਜੇ ਫੋਨ ਦੇਣਗੇ, ਦੇਣ ਫੋਨ ਪੁਲਿਸ ਨੂੰ, ਪੁਲਿਸ ਰਿਵਾਈਵ ਕਰ ਲੂਗੀ। ਉਹਦਾ ਰਿਵਾਈਵ ਹੋ ਜਾਣੇ 6 ਮਹੀਨੇ ਦੇ ਅੰਦਰ। ਇਹ ਫੋਨ ਜਿਵੇਂ ਪਿਸਤੌਲ ਗਾਇਬ ਹੋਈ ਹੈ ਨਾ ਉਹਦੀ ਤਹਿਸੀਲਦਾਰ ਦੀ, ਉਵੇਂ ਇਹਨਾਂ ਦੇ ਫੋਨ ਵੀ ਗਾਇਬ ਹੋਣਗੇ। ਪੁਲਿਸ ਕਹਿ ਰਹੀ ਹੈ ਕਿ ਜਾਂਚ ਕਰ ਰਹੇ, ਕੱਲ ਪੁਲਿਸ ਕਮਿਸ਼ਨਰ ਦੀ ਮਹਾਰਾਜ ਪੁਲਿਸ ਨੂੰ ਪੁੱਛੋ ਅੱਜ ਤੱਕ ਕਿੰਨੇ ਰੇਪ ਕੇਸਾਂ 'ਚ ਜਾਂਚ ਕੀਤੀ ਹੈ। ਰਾਣਾ ਜੀ ਇੱਕ ਗੱਲ ਮੈਂ ਤੁਹਾਨੂੰ ਸਪਸ਼ਟ ਕਹਿ ਦੇਣੀ ਚਾਹੁੰਦਾ, ਯੂਪੀ ਦੇ ਕੇਸ ਵਿੱਚ ਸੁਪਰੀਮ ਕੋਰਟ ਨੇ 5 ਗਾਈਡਲਾਈਨਸ ਦਿੱਤੀਆਂ ਹੋਈਆਂ ਪੁਲਿਸ ਨੂੰ ਜੀ ਕਿ ਕਿਹੜੇ ਕੇਸ 'ਚ ਜਾਂਚ ਕਰ ਸਕਦੇ ਆ, ਕਿਹੜੇ 'ਚ ਉਹਨਾਂ ਨੂੰ FIR ਰਜਿਸਟਰ ਕਰਨਾ ਪਊ। ਐਨੀ ਕ੍ਰਾਈਮ ਅਗੇਂਸਟ ਵੂਮਨ ਐਂਡ ਪਾਰਟਿਕੂਲਰਲੀ ਮੋਲੈਸਟੇਸ਼ਨ ਐਂਡ ਰੇਪ there need to be no inquiry. Murder, attempt to murder, ਉਹਨਾਂ ਨੇ 5 ਦਿੱਤੀਆਂ। ਇਕਨੋਮਿਕ ਅਫੈਂਸਸ ਆ ਸਿਰਫ ਜਿੱਥੇ ਮੈਂ ਐਡ ਕਰਦਾ ਇਨਕੁਆਇਰੀ ਸ਼ੁਰੂ ਹੁੰਦੀ ਹੈ FIR ਦੇ ਬਾਅਦ, ਉਦੋਂ ਪਹਿਲਾਂ ਕੋਈ ਇਨਕੁਆਇਰੀ ਨਹੀਂ। ਪਹਿਲਾਂ ਇੱਕ ਗੱਲ ਸੁਣ ਲਓ, ਜਿੱਥੇ ਪੁਲਿਸ ਨੂੰ ਸ਼ੱਕ ਹੋਵੇ ਕਿ ਸ਼ਿਕਾਇਤ ਦੇ ਵਿੱਚੋਂ offense ਕੀ ਬਣਦਾ ਹੈ, ਉਹਨੂੰ ਉਹ ਕੋਖ ਸਕਦੇ ਹਾਂ। ਉਹ ਸਿਰਫ ਤੇ ਸਿਰਫ 420 ਤੇ 467 ਜਿੱਥੇ ਲੰਮੇ ਡਾਕੂਮੈਂਟਸ ਹੈ, ਉਹਨੂੰ ਕੋਖ ਕੇ ਦੇਖਦੇ ਆ ਕਿਆ ਇਹ offense ਬਣਦਾ ਕਿ ਨਹੀਂ ਬਣਦਾ। ਉਹ ਕੱਲਾ ਉਹੀ ਕੋਖਣ ਦੀ ਇਜਾਜ਼ਤ ਦਿੱਤੀ ਹੈ, ਹੋਰ ਕਿਸੇ ਫੈਂਸ ਨੂੰ ਕੋਖਣ ਦੀ ਇਜਾਜ਼ਤ ਨਹੀਂ ਦਿੱਤੀ। ਕਨਸਟੀਟਿਊਸ਼ਨ ਬੈਂਚ ਹੈ 6 ਜੱਜਾਂ ਦਾ, ਜਿਨ੍ਹਾਂ ਨੇ ਕਿਹਾ ਕਿ ਜੇ ਤੁਸੀਂ FIR ਨਹੀਂ ਕਰਦੇ ਤਾਂ ਇਟ ਇਜ਼ ਕੰਟੈਂਪਟ ਆਫ ਦੀ ਕੋਰਟ। ਅਸੀਂ ਤੁਹਾਡੇ ਰਾਹੀਂ ਕਮਿਸ਼ਨਰ ਪੁਲਿਸ ਨੂੰ ਤੇ ਚੀਫ ਮਿਨਿਸਟਰ ਨੂੰ ਨੋਟਿਸ ਦਿੰਨੇ ਆ ਕਿ ਕੰਟੈਂਪਟ ਕਰ ਰਹੇ ਹੋ, ਤੁਸੀਂ ਕੇਸ ਨਹੀਂ ਰਜਿਸਟਰ ਕਰ ਰਹੇ। We will resort to this provision. ਕੌਣ ਬਚਾ ਰਿਹਾ? ਦੇਖੋ ਇਹਦੇ 'ਚ ਰਾਣਾ ਜੀ ਬਚਾਉਣ ਦਾ ਹਲੇ ਸ਼ੱਕ ਰਹਿ ਗਿਆ। ਰਾਣਾ ਜੀ ਬਚਾਉਣ ਦਾ ਸ਼ੱਕ ਰਹਿ ਗਿਆ। ਆਮ ਆਦਮੀ ਪਾਰਟੀ ਕਿਉਂ ਨਹੀਂ ਬੋਲੀ ਜੀ? ਮਿੰਟ 'ਚ ਅੱਡੀਆਂ ਚੱਕ ਲੈਂਦੀ ਹੈ ਟਟੀਰੀ ਵਾਂਗੂ ਕਿ ਸਮਾਨ ਸਾਡੇ ਸਰਾਣੇ ਕਿਹੜਾ ਕਿਉਂ ਸੁੱਤੇ ਪਏ ਨੇ? ਕਿਉਂਕਿ 2017 'ਚ ਤੇ ਫਿਰ 2022 ਦੀ ਵੀ ਝਾਕ ਆ ਗਈ ਸ਼ਾਇਦ ਸਾਡੇ ਬਾਨਾਂ ਨੇ। ਤੇ ਹੁਣ ਜਿਵੇਂ ਕਾਂਗਰਸ ਨਾਲ ਗਾਂਢ ਸਾਂਢ ਚੱਲ ਰਹੀ ਹੈ, ਕਾਂਗਰਸ ਵੀ ਸੁੱਤੀ ਪਈ ਹੈ। ਆਸ਼ੂ ਨਾਲ ਤਾਂ ਪਰਸਨਲ ਸਮਝੌਤਾ ਨਾ ਲੁਧਿਆਣੇ ਲੈਵਲ ਤੇ ਕਿ ਤੂੰ ਸਾਡਾ ਵਿਰੋਧ ਨਾ ਕਰ, ਅਸੀਂ ਤੇਰਾ ਵਿਰੋਧ ਨਹੀਂ ਕਰਦੇ। ਤੇਰੇ ਕੋਲ ਅੱਤਵਾਦੀ ਠਹਿਰੇ, ਪੈਸੇ ਧਰ ਕੇ ਤੂੰ ਨਹੀਂ ਬੋਲਦਾ। ਸਾਡੇ ਕੋਲ ਠਹਿਰ ਗਏ, ਅਸੀਂ ਗੁੜ ਮੰਡੀ 'ਚ ਬੰਡੇ ਮਰਵਾਤੇ, ਤੂੰ ਨਾ ਬੋਲਿਆ ਕੋਈ? ਮੈਨੂੰ ਇੱਕ ਗੱਲ ਦਾ ਜਵਾਬ ਦੇ ਦੇਵੇ, ਕਾਲੇ ਦੇ ਤੇ ਆਸ਼ੂ ਦੇ ਵਾਰਡ 'ਚ ਕਿਉਂ ਨਹੀਂ ਕੈਂਡੀਡੇਟ ਖੜਾ ਕੀਤਾ? ਕਿਉਂ ਨਹੀਂ ਕੀਤਾ? ਇੱਕ ਗੱਲ ਉਹ ਕਹਿ ਰਹੇ ਬਦਨਾਮ ਕਰ ਰਹੇ ਸਾਨੂੰ, ਹੋਰ ਕੋਈ ਗੱਲ ਨਹੀਂ। ਮੇਰੀ ਗੱਲ ਸੁਣੋ, ਬਦਨਾਮ ਤਾਂ ਹੋਣਗੇ ਨਹੀਂ, ਕਰਤੂਤਾਂ ਮਾੜੀਆਂ ਨੇ। ਬੰਦੇ ਨੂੰ ਕੌਣ ਬੰਦਾ ਬਦਨਾਮ ਕਰ ਸਕਦਾ? ਮੇਰੀ ਗੱਲ ਸੁਣੋ, ਆ ਤੁਸੀਂ ਇੰਨਾ ਹੀ ਕਰ ਲਓ, ਇਹਨਾਂ ਨੂੰ ਕਹੋ ਕਿ ਆ 24 ਘੰਟਿਆਂ 'ਚ ਆ ਮੈਸੇਜ ਵੈਰੀਫਾਈ ਕਰ ਲੈਣ ਕਿ ਉਸ ਲੇਡੀ ਤੇ ਇਹਦੇ ਭਰਾ ਤੇ ਇਹਦੇ ਵਿੱਚ ਐਕਸਚੇਂਜ ਨਹੀਂ ਹੋਏ ਪਿਛਲੇ 6 ਮਹੀਨਿਆਂ 'ਚ। ਜੇ ਹੋਏ ਆ ਤਾਂ ਸਾਂਝ ਕੀ ਸੀ? ਗਰੇਵਾਲ ਸਾਹਿਬ ਤੁਸੀਂ ਜ਼ਿਕਰ ਕੀਤਾ ਕਿ ਕਾਂਗਰਸ ਜਿਹੜਾ ਸ਼ਾਇਦ ਏਰੀਆ, ਲੇਕਿਨ ਸਿਮਰਜੀਤ ਸਿੰਘ ਵੈਸੇ ਲਾਈਵ ਹੋ ਕੇ ਕਿਹਾ ਸੀਗਾ ਕਿ ਸਾਰੀ ਜਿਹੜੀ ਸਾਜ਼ਿਸ਼ ਆ ਕਾਂਗਰਸ ਵੱਲੋਂ ਹੀ ਖੇਡੀ ਗਈ ਹੈ ਇਸ ਪੰਜਾਬ ਅਧਿਕਾਰ ਯਾਤਰਾ ਨੂੰ ਬਚਾਉਣ। ਇਹ ਸੁਣ ਲਓ ਮੇਰੀ ਗੱਲ, ਇਹ ਪਿੰਡੂ ਪੋਲਿਟਿਕਸ ਇਹ ਹੁੰਦਾ ਕਿ ਜਿਹੜੇ ਨਾਲ ਆਪਣੇ ਨਾਲ ਹੋਵੇ ਨਾ ਉਹਨੂੰ ਪਬਲਿਕ 'ਚ 2 ਗਾਲਾਂ ਕੱਢ ਦਿਓ। ਪਿੰਡਾਂ 'ਚ ਜਦ ਤੁਸੀਂ ਦੇਖੋ ਨਾ ਜ਼ਿਮੀਂਦਾਰ ਦੇ ਮੁੰਡੇ ਲੜੇ ਹੋਣ ਨਾ ਕਿਸੇ ਦੇ ਨਾਲ, ਤੇ ਵਿੱਚੋਂ ਦਾ ਬੁੜੇ ਨੇ ਭੇਜ ਕੇ ਲੜਾਈ ਹੁੰਦੇ ਆ ਤੇ ਗਾਲਾਂ ਕੱਢਦਾ ਮੁੰਡਿਆਂ ਨੂੰ, ਇਹ ਨਕੰਮੇ ਮੇਰੇ ਆਖੇ ਨਹੀਂ ਲੱਗਦੇ। ਬਾਹਰ ਇਹ ਦਿਖਾਉਣਾ ਚਾਹੁੰਦਾ ਕਿ ਮੇਰੀ ਲੜਾਈ ਆ, ਵਿੱਚੋਂ ਕਹਿੰਦਾ ਕਿ ਚੱਲੀ ਜਾਣ ਦਿਓ, ਤੁਸੀਂ ਹੁਣ ਮੇਹਰ ਦਾ ਹੱਥ ਰੱਖੋ। ਮੇਰੀ ਗੱਲ ਸੁਣੋ, ਜੇ ਕਾਂਗਰਸ ਨਹੀਂ, ਮੇਰੀ ਗੱਲ ਸੁਣੋ, ਜੇ ਕਾਂਗਰਸ ਨਹੀਂ ਬਚਾ ਰਹੀ, ਕਾਂਗਰਸ ਕੇਸ ਕਰੇ ਰਜਿਸਟਰ, ਕਾਂਗਰਸ ਕੇਸ ਰਜਿਸਟਰ ਕਰਕੇ ਅਰੈਸਟ ਕਰਕੇ ਤਬਦੀਸ਼ CBI ਨੂੰ ਦੇ ਦੇਵੇ। ਜਦ ਸੁਪਰੀਮ ਕੋਰਟ ਨੇ ਇੱਕ ਗੱਲ ਕਹੀ ਹੋਈ ਹੈ ਕਿ ਜਿਹੜੇ ਪੋਲੀਟੀਕਲ ਬੰਦੇ ਹੀਨੀਅਸ ਕ੍ਰਾਈਮ 'ਚ ਇਨਵੋਲਵਡ ਨੇ ਉਹਨਾਂ ਦੇ ਕੇਸ 3 ਮਹੀਨਿਆਂ ਵਿੱਚ ਡਿਸਾਈਡ ਹੋਣੇ ਚਾਹੀਦੇ ਆ। ਇੱਥੇ 3 ਦਿਨਾਂ 'ਚ ਇਹ ਫੈਸਲਾ ਨਹੀਂ ਹੋਇਆ ਕਿ ਕੇਸ ਰਜਿਸਟਰ ਕਰਨਾ ਕਿ ਨਹੀਂ ਕਰਨਾ। ਕੌਣ ਬਚਾ ਰਿਹਾ? ਇੱਕ ਗੱਲ ਨਿਕਲੀ ਕਿ 6 ਮਹੀਨੇ ਤੋਂ ਜਿਹੜਾ ਹੈਰੈਸਮੈਂਟ ਚੱਲ ਰਹੀ ਸੀਗੀ ਤੇ 16 ਨਵੰਬਰ ਨੂੰ ਹੀ ਕੰਪਲੇਂਟ ਕਿਉਂ ਕੀਤੀ ਗਈ? 6 ਮਹੀਨੇ ਜਦ ਫਾਈਨਲ ਸੱਟ ਵੱਜ ਗਈ,
ਦੇਖੋ ਔਰਤ ਨੂੰ ਇੱਜ਼ਤ ਵੀ ਪਿਆਰੀ ਹੁੰਦੀ ਹੈ ਤੇ ਛੋਟੇ ਵੀਰ ਜਦ ਸਿਰੋਂ ਪਾਣੀ ਲੰਘ ਜੇ ਨਾ ਜਦ ਸਿਰੋਂ ਪਾਣੀ ਲੰਘ ਜੇ ਬੰਦਾ ਕਹਿੰਦਾ ਹੁਣ ਵੀ ਸਮਝੂ ਹੁਣ ਵੀ ਇੱਕ ਇਹ ਨਹੀਂਗਾ ਕਿ ਉਹ ਵਕੀਲ ਕੋਲ ਆਈ ਤੇ ਵਕੀਲ ਨੂੰ ਉਹਨੇ ਆਪਣੇ ਫੈਕਟਸ ਨਰੇਟ ਕਰਤੇ ਤੇ ਵਕੀਲ ਨੇ ਦਰਖਾਸਤ ਲਿਖਤੀ, 2 ਗੱਲਾਂ ਕਾਨੂੰਨੀ ਦਾਇਰੇ 'ਚ ਲਿਆਉਣ ਲਈ ਕੋਲੋਂ ਐਡ ਕਰਤੀਆਂ। ਕਮਿਸ਼ਨਰ ਦੇ ਕੋਲ ਬਹਿ ਕੇ ਲਿਖੀ ਆ ਪਰਸਨਲ ਕੰਪਲੇਂਟ ਹੈ, ਹੱਥ 'ਚ ਲਿਖੀ ਹੋਈ ਹੈ, ਸਿੱਧੀ ਗੱਲ ਹੈ। ਪਰਚਾ ਰਜਿਸਟਰ ਕਰਨ, ਜੇ ਸਿਮਰਜੀਤ ਸਿੰਘ ਵੈਸ ਇਸ ਗੱਲ ਨੂੰ ਸਾਬਤ ਕਰ ਦੇ ਝੂਠੀ ਕੰਪਲੇਂਟ ਆ, ਉਹ ਪ੍ਰੋਸੀਕਿਊਟ ਹੋਊਗੀ ਫॉर ਫਾਈਲਿੰਗ ਅ ਫਾਲਸ ਕੰਪਲੇਂਟ। ਉਹਨਾਂ ਨੂੰ ਜਦੋਂ ਇੰਟਰਵਿਊ ਕੀਤਾ ਗਿਆ, ਮੈਂ ਉਹਨਾਂ ਨੂੰ ਇਹ ਚੀਜ਼ ਪੁੱਛੀ ਸੀਗੀ ਕਿ ਤੁਸੀਂ ਪਹਿਲਾਂ ਕਿਉਂ ਕੋਈ ਐਕਸ਼ਨ ਨਹੀਂ ਲਿਆ। ਉਹਨਾਂ ਨੇ ਇਹ ਚੀਜ਼ ਕਹੀ ਕਿ ਮੈਂ ਆਪਣੇ ਪੈਸੇ ਕਢਵਾਣੇ ਸੀਗੇ, ਇਸ ਕਰਕੇ ਮੈਂ ਸੈਂਦੀ। ਮੇਰੇ ਇੱਕ ਸੁਣੋ, ਮੈਂ ਤੁਹਾਡੀ ਗੱਲ ਦਾ ਜਵਾਬ, ਕਿੰਨੇ ਇੰਪੋਰਟੈਂਟ ਕੇਸ ਹੋਏ ਨੇ ਰੇਪ ਦੇ, ਕਿੰਨੇ ਇੰਪੋਰਟੈਂਟ ਬੰਦਿਆਂ ਦੇ ਖਿਲਾਫ ਹੋਏ ਨੇ, ਕਿੰਨੇ ਰਿਲੀਜੀਅਸ ਲੀਡਰਾਂ ਦੇ ਖਿਲਾਫ ਹੋਏ ਨੇ, ਕਿੰਨੀ ਦੇਰ ਬਾਅਦ ਰਜਿਸਟਰ ਹੋਏ, ਟ੍ਰਾਇਲ ਹੋਈ। ਉਹ ਝੂਠੇ ਨਿਕਲੇ ਕਿ ਸੱਚੇ ਨਿਕਲੇ? ਕਨਵਿਕਸ਼ਨਾਂ ਹੋਈਆਂ, ਕਨਵਿਕਸ਼ਨ। ਦੇਖੋ ਪ੍ਰੈਸ਼ਰ ਉਹ ਦੱਸਿਆ ਨਾ ਰਾਮ ਰਹੀਮ ਵਾਲੇ ਚ ਬੱਚੀਆਂ ਨੇ ਕਿ ਸਾਡੇ ਦੇ ਪ੍ਰੈਸ਼ਰ ਸੀ ਕਿ ਜੇ ਪਰਚਾ ਕਰਾਉਂਗੇ ਮਾਰ ਦਿਆਂਗੇ, ਪ੍ਰੈਸ਼ਰ ਸੀ ਇਹਨਾਂ ਦਾ। ਉਹ ਤਾਂ ਜਦ ਬੰਦੇ ਦੇ ਸਿਰੋਂ ਪਾਣੀ ਲੱਗਦਾ ਕਿ ਇਹਦੇ ਨਾਲੋਂ ਮਰਨਾ ਪਸੰਦ ਐਕਸੈਪਟ ਕਰ ਲੈਂਦਾ ਬੰਦਾ, ਉਦੋਂ ਕਰ ਦਿੰਦਾ। ਇੱਥੇ ਤੁਸੀਂ ਕਿਤੇ ਲੱਗਦਾ ਤੁਹਾਨੂੰ ਕਿ ਕਾਂਗਰਸ ਦੇ ਡਬਲ ਸਟੈਂਡਰਡ ਨੇ, ਕਿਤੇ ਜਦੋਂ ਹਾਥਰਸ ਦੇ ਵਿੱਚ ਇਨਸੀਡੈਂਟ ਹੁੰਦਾ ਹੈਗਾ ਡਬਲ ਸਟੈਂਡਰਡ ਤਾਂ ਮੋਹ ਜੀ ਥੋੜੀ ਬਹੁਤ ਛੋਟੀ ਚੀਜ਼ ਆ, ਇਹਨਾਂ ਦਾ ਸਟੈਂਡਰਡ ਹੀ ਕੋਈ ਨਹੀਂ, ਪਤਾ ਨਹੀਂ ਕਦੋਂ ਕੀ ਵਾਰ ਕਰਦੇ। ਇਹ ਵੀ ਹੋ ਸਕਦਾ ਕਿ ਨਹੀਂ ਇਹ ਉਹ ਕਈ ਦਿਨ ਤੋਂ ਰੌਲਾ ਪਾਉਂਦੀ ਸੀ, ਇਹ ਵੀ ਹੋ ਸਕਦਾ ਇਹਨਾਂ ਨੂੰ ਵੀ ਹੁਣ ਸਾਡੇ ਮੀਡੀਆ ਇਸ ਕਰਕੇ ਯਾਤਰਾ ਸ਼ੁਰੂ ਕਰ ਲਈ ਹੋਵੇ ਇਹਨਾਂ ਨੇ। ਸਰਕਾਰ ਹੈ ਬੀਜੇਪੀ ਇਹਨਾਂ ਦੀ ਕਾਰ ਦਾ ਐਕਸੀਡੈਂਟ ਹੈ, ਤੁਸੀਂ ਛੁਡਾ ਕੇ ਗਏ। ਉਹ ਤੁਹਾਡੀ ਪਾਰਟੀ ਜਿਸ ਤੋਂ ਬਾਅਦ ਆਏ, ਤੁਸੀਂ ਉਸ ਟਾਈਮ ਕੁਝ ਨਹੀਂ ਸੋਚਿਆ ਕਿ ਇਹਨਾਂ ਦਾ ਕੀ ਕਰੈਕਟਰ ਹੈ, ਤੁਹਾਡੀ ਪਾਰਟੀ 'ਚ ਰਹੇ ਫਿਰ। ਮੈਂ ਤੁਹਾਨੂੰ ਇਹਦਾ ਗਵਾਹ ਗਾਬੜੀਆ ਸਾਹਿਬ ਨਹੀਂ, ਮੈਂ ਜਵਾਬ ਦਿੰਦਾ। ਇਹ ਗਾਬੜੀਆ ਸਾਹਿਬ ਦੀ ਫਰਾਕ ਦੇ ਲਈ ਸੀ ਕਿ ਪਾਰਟੀ ਦੇ ਫੈਸਲੇ ਦੇ ਲਈ। ਅਸੀਂ ਤਾਂ 30 ਸਾਲ ਦੇ ਇਕੱਠੇ ਆ ਨਾ। ਆਹ ਗੱਲ ਅੱਜ ਮੈਨੂੰ ਪਤਾ ਲੱਗੀ, ਇਹਨਾਂ ਦੀ ਚੋਰੀ ਬਿਜਲੀ ਬੁਜੀ ਉਹ ਤਾਂ ਦੱਸੀ ਹੋਈ ਹੈ ਪਹਿਲਾਂ, ਆਹ ਗੱਲ ਕਾਰ ਵਾਲੀ ਅੱਜ ਦੱਸੀ ਹੈ। ਬੰਦਾ ਕਹਿੰਦਾ ਕਿ ਚਲੋ ਘਟੀਆ ਗੱਲ ਅਸੀਂ ਕਿਉਂ ਕਰੀਏ। ਮੈਂ ਜਾਤੀ ਕਦੇ ਨਹੀਂ ਅਟੈਕ ਕੀਤਾ, ਜਮਾਤੀ ਕਰਦੇ ਰਹੇ ਆ। ਜਾਤੀ ਦਾ ਬਹੁਤ ਕੁਝ ਨਿਕਲੂਗਾ, ਮੈਂ ਹੀ ਦੱਸੂਗਾ ਕੀ ਕੁਝ ਹੁੰਦਾ ਰਿਹਾ ਇੱਥੇ, ਮੈਂ ਦੱਸੂਗਾ ਕਦੇ ਨਾ ਕਦੇ। ਪਰ ਜਮਾਤੀ ਤੌਰ ਤੇ ਲੜਾਈ ਲੜਦੇ ਅਸੀਂ ਰਾਜਨੀਤਿਕ ਲੋਕ ਆ, ਅਸੀਂ ਜਾਤੀ ਨਹੀਂ ਕਿਸੇ ਤੇ ਅਟੈਕ ਕਰਦੇ। ਜਾਤੀ ਦਾ ਬਹੁਤ ਕੁਝ ਇਹਨਾਂ ਦਾ ਬਣਦੀਆਂ ਨੇ ਧਾਰਾਵਾਂ। ਦੇਖੋ ਤੁਸੀਂ ਜਿੰਨੇ ਸਵਾਲ ਪੁੱਛੇ ਆ ਨਾ, ਇਹ ਜਿਹੜੇ ਸਮਾਰਟ ਬੰਦੇ ਐਕਸਪਲੋਇਟੇਸ਼ਨ ਕਰਦੇ ਆ ਨਾ ਲੇਡੀਜ਼ ਦੀ, ਪਹਿਲਾਂ ਇਹਦੀ ਪ੍ਰਾਪਰਟੀ ਖਾਲੀ ਕਰਵਾਈ ਬੈਂਸ ਸਾਹਿਬ ਨੇ, ਕਬਜ਼ਾ ਦਵਾਇਆ ਬੈਂਸ ਸਾਹਿਬ ਨੇ, ਬਿਕਵਾਈ ਬੈਂਸ ਸਾਹਿਬ ਨੇ। ਜਦ ਪੈਸੇ ਨਹੀਂ ਮਿਲੇ ਫਿਰ ਉਹਨੂੰ ਪੈਸੇ ਦਵਾਣੇ ਕਿਸ਼ਤਾਂ 'ਚ ਸ਼ੁਰੂ ਕੀਤੇ। ਹਰ ਕਿਸ਼ਤ ਤੋਂ ਪਹਿਲਾਂ ਉਹਨੂੰ ਐਕਸਪਲੋਇਟ ਕਰਦਾ ਸੀ। ਕਬਰਾਂ ਤੇ ਕਬਜ਼ੇ, ਉਹ ਰੱਬ ਜਾਣੇ ਉਸ ਦੀ ਕੀ ਮਜਬੂਰੀ ਸੀ। ਉਹਦਾ ਘਰ ਵਾਲਾ ਮਰ ਚੁੱਕਾ ਸੀ, 2 ਨਾਬਾਲਗ ਬੱਚੇ ਸੀ, ਉਹ ਕੀ ਸਹਿੰਦੀ ਰਹੀ। ਉਹਨੇ ਅਲਟੀਮੇਟਲੀ ਦੇਖਿਆ ਕਿ ਮੇਰੀ ਐਕਸਪਲੋਇਟੇਸ਼ਨ ਹੋ ਰਹੀ ਹੈ, ਉਹਨੇ ਪੁਲਿਸ ਨੂੰ ਕੰਪਲੇਂਟ ਕੀਤੀ। ਪੁਲਿਸ ਨੇ ਉਹਦੀ 60,000 ਰੁਪਏ ਜਿਹੜੇ ਰਹਿੰਦੇ ਸੀ 1 ਲੱਖ ਦਵਾਏ। ਉਹ ਬੈਂਸ ਕਿਉਂ ਨਹੀਂ ਦਵਾ ਸਕਦਾ? ਜਦ 1 ਲੱਖ ਦਵਾਏ ਉਹਨੇ ਆਪਣੀ ਕੰਪਲੇਂਟ ਵਾਪਸ ਲਈ, ਜਿਹਨੂੰ ਹੁਣ ਬੈਂਸ ਸਾਹਿਬ ਸੋਸ਼ਲ ਮੀਡੀਆ 'ਚ ਪਾ ਰਹੇ ਇਹਨਾਂ ਦੇ ਬੰਦੇ ਕਿ ਇਹ ਤਾਂ ਆਪਣੀ ਮਾਫੀ ਮੰਗ ਚੁੱਕੀ ਹੈ। ਨੋ, ਉਹਨੇ ਉਸ ਬੰਦੇ ਦੇ ਖਿਲਾਫ ਕੰਪਲੇਂਟ ਵਾਪਸ ਲਈ। ਫਿਰ ਉਹਨੇ ਇਮੀਡੀਏਟਲੀ ਰਿਅਲਾਈਜ਼ ਕੀਤਾ ਕਿ ਮੈਨੂੰ ਕਿੰਨਾ ਲੰਬਾ ਅਰਸਾ ਮੇਰੀ ਸੈਕਸ਼ੂਅਲ ਐਕਸਪਲੋਇਟੇਸ਼ਨ, ਜ਼ਲਾਲਤ, ਭਾਬੀ ਦੇ ਜਵਾਨ ਮੁੰਡੇ ਦੀ ਹਾਜ਼ਰੀ ਦੇ ਵਿੱਚ ਕੁਕਰਮ ਕਰਨਾ, ਫਿਰ ਉਸ ਮੁੰਡੇ ਨਾਲ ਕੁਕਰਮ ਇਹਦੀ ਹਾਜ਼ਰੀ 'ਚ ਕਰਨਾ। ਇਮੇਜਿਨ ਕਰੋ ਕਿਸ ਹੱਦ ਤੱਕ ਦਰਿੰਦਾ ਹੈ ਇਹ ਇਨਸਾਨ। ਤਾਂ ਛੱਡੋ, ਇਹ ਸਿੱਖ ਮੈਂਟੈਲਿਟੀ ਹੈ। ਇਹ ਉਹ ਹੈ ਜਿਹੜੇ ਸੀਰੀਅਲ ਬੱਚਿਆਂ ਨੂੰ ਫੜ ਕੇ ਕਰਦੇ ਆ, ਉਹ ਮੈਂਟੈਲਿਟੀ ਦਾ ਮਾਲਕ ਸਿੱਧ ਹੋ ਰਿਹਾ ਇਹਦੇ ਵਿੱਚ। ਇਹ ਰੀਜ਼ਨ ਹੈ ਕਿ ਉਹ ਲੇਡੀ ਨੇ ਕਿਉਂ ਡਿਲੇ ਕੀਤਾ। ਇਹਨੂੰ ਫਿਰ ਡਰਾਇਆ ਗਿਆ, ਤੇਰੇ ਤੇ ਤੇਰੇ ਬੱਚੇ, ਉਹ ਬਲਜਿੰਦਰ ਕੌਰ ਇਹਨਾਂ ਦੀ ਇੱਕ ਪ੍ਰਧਾਨ ਹੈ, ਕਿ ਤੇਰੇ ਤੇ ਤੇਰੇ ਬੱਚੇ ਸੇਫ ਨਹੀਂ ਰਹਿਣਗੇ ਜੇ ਤੂੰ ਬੈਂਸ ਦੇ ਨਾਲ ਪੰਗਾ ਲਏਂਗੀ। ਕਿੱਡਾ ਬੜਾ ਇਨਸਾਨ ਹੈ, ਰਿਅਲਾਈਜ਼ ਕਰੋ। ਜਿਹੜਾ ਵੰਗਾਰਦਾ ਰੋਜ਼ ਹਰ ਪੋਲੀਟੀਕਲ ਪਾਰਟੀ ਦੇ ਲੀਡਰ ਨੂੰ, ਜਿਹੜਾ ਵੰਗਾਰ ਬੋਲਦਾ ਹੈ। ਕਦੇ ਇਸ ਬੰਦੇ ਨੇ ਅੱਜ ਤੱਕ ਮੈਨੂੰ ਦੱਸੋ ਕੋਈ ਲੜਾਈ ਲੌਜੀਕਲ ਐਂਡ ਤੇ ਲੈ ਕੇ ਗਿਆ? ਇੱਕ ਬੰਬ ਚਲਾਉਣ ਵਾਲੇ ਦੇ ਅਗੇਂਸਟ ਬੋਲਿਆ, ਜਿਹਨੇ ਗੁੜ ਮੰਡੀ 'ਚ ਬੰਬ ਚਲਾਏ ਆਸ਼ੂ ਨੇ, ਜਿਹਨੇ ਮਰਡਰ ਕਰਵਾਏ, ਔਰਤਾਂ ਦੇ ਮਰਡਰ ਕਰਵਾਏ, ਜਿਹਨੇ ਆਪਣੇ ਘਰ ਪਨਾਹ ਦਿੱਤੀ, ਕਿਆ ਇਸ਼ੂ ਨਹੀਂ ਸੀ ਇਹਦੇ ਬੋਲਣ ਲਈ? ਕਿਆ ਪੂਰਾ ਰਾਸ਼ਨ ਖਾਧਾ ਗਿਆ ਇਸ ਲਈ ਨਹੀਂ ਬੋਲਿਆ? ਇਹਨੂੰ 4 ਟਰੱਕ ਰਾਸ਼ਨ ਭੇਜਤੇ, SDM ਈਸਟ ਤੋਂ ਇਹਨੂੰ ਪਹੁੰਚਾਏ ਗਏ ਰਾਸ਼ਨ, ਕਿਸੇ ਹੋਰ ਨੂੰ ਪਹੁੰਚਾਇਆ ਆਸ਼ੂ ਨੇ ਰਾਸ਼ਨ, ਟਰੱਕਾਂ ਦੇ ਟਰੱਕ। ਤੁਸੀਂ ਰਿਅਲਾਈਜ਼ ਕਰੋ ਕਿ ਕਿੰਨਾ ਮਾਫੀਆ ਸਟਰੋਂਗ ਹੈ, ਕ੍ਰਾਸ ਪਾਰਟੀ 'ਚ ਇਹਦੀਆਂ ਲਿੰਕਸ ਹੈ, ਐਂਡ ਹਰੇਕ ਨੂੰ ਐਕਸਪਲੋਇਟ ਕਰਦਾ ਹੈ ਬੰਦਾ। ਇਹਦੇ ਦਿਨ ਹੁਣ ਖਤਮ ਹੋ ਗਏ ਹੈ। ਮੈਂ ਫੀਲ ਕਰਦਾ ਇਹਦੇ ਬਾਅਦ ਨਿਊਮਰੀਅਸ ਹੋਰ ਕੰਪਲੇਂਟਸ ਆਣਗੀਆਂ, ਮੀਨ ਟੂ ਆਣਗੀਆਂ। ਇੱਕ ਕੁਐਸਚਨ ਮੇਰਾ ਹੈ, ਜਿਹੜੀ ਤੁਸੀਂ ਜ਼ਿਕਰ ਕੀਤਾ ਉਹ ਸੁਖਚੈਨ ਸਿੰਘ ਦੇ ਖਿਲਾਫ ਕੰਪਲੇਂਟ ਦਰਜ ਕੀਤੀ ਗਈ ਸੀਗੀ ਸੈਕਸ਼ੂਅਲ ਐਕਸਪਲੋਇਟੇਸ਼ਨ ਦੀ, ਉਸੇ ਦੀ ਜਦੋਂ ਸਟੇਟਮੈਂਟ ਦਿੱਤੀ ਗਈ ਹੈ, ਲੈਟ ਮੀ ਫਿਨਿਸ਼ ਫਸਟ ਸਰ, ਗੁਰਦੀਪ ਕੌਰ ਵੱਲੋਂ ਸਟੇਟਮੈਂਟ ਦਿੱਤੀ ਗਈ ਕਿ ਜਿਹੜਾ ਮੈਂ ਰੇਪ ਕਲੇਮ ਕੀਤਾ ਉਹ ਮੇਰੇ ਵੱਲੋਂ ਗਲਤ ਫਹਿਮੀ 'ਚ ਕੀਤਾ ਗਿਆ।
ਉਹਨੇ ਕਿਹਾ ਕਿ ਇਸ ਬੰਦੇ ਦੇ ਥਰੂ ਮੈਂ ਸੈਕਸ਼ੂਅਲੀ ਐਕਸਪਲੋਇਟ ਹੁੰਦੀ ਰਹੀ ਹਾਂ। ਉਹਨੇ ਕੰਪਲੇਂਟ ਵਾਪਸ ਲਈ ਇਸ ਬੰਦੇ ਕਰਕੇ। ਕਿਹਦੇ ਖਿਲਾਫ ਵਾਪਸ ਲਿਆ? ਅਗੇਂਸਟ ਹਿਮ, not against others. It was not complaint against others. Try to realize the pressure of a lady. ਉਹ ਪੁਲਿਸ ਨੂੰ ਕੰਪਲੇਂਟ ਦਿੰਦੀ ਹੈ, ਬੈਂਸ ਦਾ ਨਾਮ ਨਹੀਂ ਲਿਖਦੀ। ਤੁਸੀਂ ਡਰ ਤਾਂ ਖੌਫ ਤਾਂ ਦੇਖੋ, ਕਿੰਨਾ ਖੌਫ ਹੈ ਇਹਨਾਂ ਦਾ। ਕਿਰਪਾਨਾਂ ਦੇ ਨਾਲ ਇਹ ਬੈਨਰਸ ਪਾੜ ਦਿੰਦੇ ਆ ਦੂਜਿਆਂ ਦੇ, ਡਾਂਗਾ ਫੇਰ ਕੇ ਲੋਕਾਂ ਨੂੰ ਕੁੱਟਦੇ ਆ। ਇਹਨਾਂ ਦੇ ਮਹੱਲੇ ਦੇ ਵਿੱਚ ਕੋਈ ਪਲਾਟ ਨਹੀਂ ਖਰੀਦ ਸਕਦਾ। ਹਰੇਕ ਦਾ ਗੁਰਜ ਚਲਾਉਂਦੇ ਆ। ਕਿਆ ਇੱਕ ਔਰਤ ਇਹਨਾਂ ਦੇ ਮਾਈਟ ਨੂੰ ਫਾਈਟ ਕਰ ਸਕਦੀ ਸੀ? ਯੂ ਡੋਂਟ ਰਿਅਲਾਈਜ਼। ਸਿਚੁਏਸ਼ਨ ਕਰੋ ਉਹਦੀ ਪਲਾਈਟ, ਕਿ ਕਿਸ ਪਲਾਈਟ ਦੇ ਵਿੱਚ ਉਹਦਾ ਸੈਕਸ਼ੂਅਲ ਐਕਸਪਲੋਇਟੇਸ਼ਨ ਹੋਇਆ। ਸਿਸਟਮ ਹੈਜ਼ ਕੋਲੈਪਸਡ। Obviously system has collapsed. He has been surviving with this illegal activity in all political parties. ਨਹੀਂ ਸਰ, ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਬਲੈਕਮੇਲਿੰਗ ਦੇ ਵਿੱਚ ਐਕਸਪਰਟ ਸੀਗੇ, ਕਿਆ ਬਲੈਕਮੇਲਿੰਗ ਦੇ ਵਿੱਚ ਜਿਹੜੀ ਐਡਮਿਨਿਸਟ੍ਰੇਸ਼ਨ ਉਸ ਕੰਮ ਕਰ ਗਈ? ਤੁਸੀਂ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਨੂੰ ਜਾ ਕੇ ਪੁੱਛੋ, ਮੈਂ ਤਾਂ ਜਵਾਬ ਦੇ ਰਿਹਾ ਕਿੱਦਾਂ ਐਕਸਪਲੋਇਟ ਕਰਦੇ ਆ ਇਹ। ਹਰੇਕ ਦੇ ਗਲਤ ਕੰਮ ਕੀਤੇ ਦੇ ਕਾਗਜ਼ ਕੋਲ ਰੱਖਦੇ ਆ, ਫਿਰ ਉਹਨੂੰ ਐਕਸਪਲੋਇਟ ਕਰਦੇ ਆ। ਕਿੱਦਾਂ ਇਹਨਾਂ ਨੇ ਸੇਖੋਂ ਦੇ ਖਿਲਾਫ ਝੂਠਾ ਟ੍ਰੈਪ ਕੇਸ ਬਣਾਇਆ ਸੀ, ਤੁਹਾਡੇ ਸਾਹਮਣੇ ਨਹੀਂ ਹੈ। ਕੀ ਨਹੀਂ ਇਹ ਕਰਦੇ? ਤਹਿਸੀਲਦਾਰ ਦੇ ਖਿਲਾਫ ਕਿਹਦੀ ਇਹਨਾਂ ਨੇ ਪੱਗ ਆਪਣੇ ਘਰ ਲਾ ਕੇ ਨਹੀਂ ਰੱਖੀ ਹੋਈ। ਕਿਸੇ ਦੇ ਸਕੇ ਹੈ? ਜਾਲੀ ਸਟਾਮ ਵੇਚਦੇ ਹੁੰਦੇ ਸੀਗੇ, ਜਾਲੀ ਸਟਾਮ ਲਿਆ ਕੇ ਰਜਿਸਟਰੀਆਂ ਕਰਾਉਂਦੇ ਹੁੰਦੇ ਸੀ। ਹੌਲੀ ਦੱਸ ਦਿਓ ਸਾਰਾ। ਜਦੋਂ ਮੈਂ ਕਿਹਾ ਇੱਕ ਸਾਹਿਬ ਤੁਹਾਨੂੰ ਸਾਰਾ ਕੁਝ ਪਤਾ। ਮੈਂ ਕਿਹਾ ਜੀ ਇੱਕ ਪ੍ਰੈਸ ਕਾਨਫਰੰਸ ਨਹੀਂ, ਕਈ ਹੋਣਗੇ, ਮੈਂ ਦੱਸੂ, ਮੈਂ ਸਾਰਾ ਪਿਛੋਕੜ ਦੱਸੂਗਾ। ਸ਼ਰਨ ਦਿੱਤੀ ਆ, ਮੈਂ ਦੱਸੂ ਸਾਰਾ ਪਿਛੋਕੜ, ਮੈਂ ਦੱਸੂਗਾ। ਜਾਲੀ ਸਟਾਮ ਵੇਚਦੇ ਹੁੰਦੇ ਸੀ, ਉਹ ਤਹਿਸੀਲਦਾਰ ਨੇ ਉਹ ਰਜਿਸਟਰੀਆਂ ਰੋਕਤੀਆਂ ਵੀ ਇਹ ਜਾਲੀ ਸਟਾਮ ਮੈਂ ਨਹੀਂ ਰਜਿਸਟਰੀਆਂ ਕਰਨੀਆਂ। ਸੁਣ ਲਓ ਮੈਂ ਤੁਹਾਨੂੰ ਦੱਸਦਾ ਇੱਕ ਸੈਕਿੰਡ ਬਿਲਕੁਲ ਦੇਖੋ। ਮੈਂ ਤੁਹਾਡੀ ਮੋਹਿਤ ਮੈਂ ਇੱਕ ਸੈਕਿੰਡ ਮੋਹਿਤ ਇੱਕ ਮਿੰਟ ਇੱਕ ਸੈਕਿੰਡ ਇਹ ਤੁਹਾਡੀ ਗੱਲ ਦਾ ਜਵਾਬ ਦੇ ਰਿਹਾ। ਇੱਕ ਸੈਕਿੰਡ ਦੇਖੋ, ਗਾਬੜੀਆ ਸਾਹਿਬ ਨੇ ਬਿਲਕੁਲ ਉਹ ਹਾਜ਼ਮੇ 'ਚ ਰੱਖੀਆਂ ਗੱਲਾਂ ਕਿਉਂ ਨਹੀਂ ਕੀਤੀਆਂ। ਇਹ ਇੱਕ ਚੰਗੇ ਸਿਟੀਜ਼ਨ ਦਾ ਕੰਮ ਹੈ, ਕਿਉਂਕਿ ਜਦ ਇਹ ਸਭ ਕੁਝ ਹੈ ਨਹੀਂ ਸੀ, ਕੁਝ ਵੀ ਜਦ ਕੁਝ ਵੀ ਨਹੀਂ ਸੀ, ਉਦੋਂ ਇਹਨਾਂ ਨੇ ਹਿਊਮੈਨਿਟੇਰੀਅਨ ਗਰਾਊਂਡ ਤੇ ਉਹਨਾਂ ਨੂੰ ਪ੍ਰੋਟੈਕਸ਼ਨ ਦਿੱਤੀ। ਇਹ ਨਹੀਂ ਸੀ ਚਾਹੁੰਦੇ ਕਿ ਮੇਰੇ ਮੂੰਹੋਂ ਉਹਨਾਂ ਬਾਰੇ ਕੋਈ ਗੱਲ ਨਿਕਲੇ। ਦੇਖੋ ਤੁਸੀਂ ਇੱਕ ਬੰਦੇ ਦੀ ਜਿਹੜੀ ਸ਼ਰਾਫਤ ਹੈ, ਇੱਕ ਫਰਾਖ ਦੀ ਲਈ ਹੈ ਕਿ ਉਹਨਾਂ ਦੀ ਔਗਣ ਟਕੀ ਰਹੇ। ਅੱਜ ਇਹਨਾਂ ਇਲੈਕਸ਼ਨ 'ਚ ਵੀ ਬੋਲ ਸਕਦੇ ਨਹੀਂ ਬੋਲੇ ਨਾ, ਅੱਜ ਕਿਉਂ ਬੋਲਣਾ ਪਿਆ? ਜਦ ਇਹ ਜ਼ੁਲਮ ਦਾ ਲਿਮਿਟਸ ਕ੍ਰਾਸ ਕਰ ਗਏ ਤਾਂ ਬੋਲੇ ਨੇ। ਜੇ ਤੁਸੀਂ ਅੱਜ ਇਹ ਔਰਤ ਦਾ ਕੇਸ ਨਾ ਹੁੰਦਾ, ਸ਼ਾਇਦ ਫੀਏਟ ਕਾਰ ਵਾਲਾ ਵੀ ਨਾ ਦੱਸਦੇ ਕਿ ਚਲੋ ਛੱਡੋ, ਜਿਹੜਾ ਕੋਈ ਕਰੂਗਾ ਭਰੂਗਾ। ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਕਹਿ ਦੇਣੀ ਚਾਹੁੰਦਾ ਕਿ ਆ ਜੋ ਗਾਬੜੀਆ ਸਾਹਿਬ ਨੇ ਕਿਹਾ ਚੋਰੀ ਤਾਂ ਨਹੀਂ ਕਿਹਾ, ਔਨ ਪਬਲਿਕ ਰਿਕਾਰਡ ਕਿਹਾ ਨਾ, ਔਨ ਇਲੈਕਟ੍ਰੋਨਿਕ ਮੀਡੀਆ ਕਿਹਾ। ਜੇ ਉਹਨਾਂ 'ਚ ਦਾਮਾ ਕਿ ਗਾਬੜੀਆ ਸਾਹਿਬ ਦੀ ਗੱਲ ਸੱਚਾਈ ਨੇ, ਇਹਨਾਂ ਨੂੰ ਜਿੱਥੇ ਮਰਜ਼ੀ ਚੈਲੰਜ ਕਰਕੇ ਕਾਊਂਟਰ ਪ੍ਰੂਫ ਦੇ ਦੇਣ। ਗਾਬੜੀਆ ਸਾਹਿਬ ਸਬੂਤ ਦੇ ਕੇ ਤੁਹਾਡੇ ਸਾਹਮਣੇ ਕਿੰਨਾ ਗੱਲ। ਮੇਰਾ ਮਤਲਬ ਇੱਕ ਗੱਲ ਨਹੀਂ, ਜੇ ਕੋਈ ਗੱਲਾਂ ਹੁਣ ਮੈਂ ਆ, ਕਈ ਪੋਲੀਟੀਕਲ ਗੱਲਾਂ ਹੁੰਦੀਆਂ ਨੇ ਜਿਹੜੀਆਂ ਤੁਹਾਨੂੰ ਕਈ ਦਫਾ ਆਪਣੇ ਛਾਤੀ ਨਾਲ ਲਾ ਕੇ ਰੱਖਣੀਆਂ ਪੈਂਦੀਆਂ ਕਿ ਚੱਲ ਅਗਲਾ ਕਹੂ ਯਾਰ ਤੁਸੀਂ ਕਿਉਂ ਗੱਲ ਕਰੇ ਰਹੇ। ਜੇ ਤੁਸੀਂ ਕਹੋਗੇ ਉਹਨਾਂ ਨੂੰ ਨਾ ਦੱਸਣ ਕਰਕੇ ਉਹ ਸਾਧ ਬਣ ਗਏ, ਉਹ ਗੱਲ ਨਹੀਂ ਹੋਈ। ਬਿਲਕੁਲ ਕੋਈ ਅਲਟੀਮੇਟਮ ਦਿੰਦੇ ਹੋ ਕਿੰਨੇ ਦਿਨ ਦਾ? ਅਲਟੀਮੇਟਮ ਇਹ ਹੈ ਰਾਣਾ ਜੀ, ਸਰਕਾਰਾਂ ਨੂੰ ਅਲਟੀਮੇਟਮ ਨਹੀਂ, ਪਰ ਅਸੀਂ ਇੱਕ ਗੱਲ ਗਰੰਟੀ ਕਰ ਦਾਂਗੇ, ਗਰੰਟੀ ਸਰਕਾਰ ਨੂੰ ਮਜਬੂਰ ਕਰ ਦਾਂਗੇ। ਸਾਨੂੰ ਦਰਵਾਜ਼ਾ ਜਿੱਥੇ ਵੀ ਖੜਕਾਉਣਾ ਪਿਆ, ਅਸੀਂ ਕਿਉਂ ਨਹੀਂ ਬੋਲੇ ਅੱਜ ਤੱਕ? ਕਿ ਇਹ ਨਾ ਕਿਸੇ ਨੂੰ ਗੱਲ ਸ਼ੱਕ ਪਵੇ ਕਿ ਅਕਾਲੀ ਦਲ ਇਹਨੂੰ ਪੋਲੀਟੀਕਲਾਈਜ਼ ਕਰ ਰਿਹਾ। ਅੱਜ ਅਸੀਂ ਫੈਸਲਾ, ਜਦੋਂ ਬੱਚੀ ਨੇ ਪ੍ਰੈਸ ਕਾਨਫਰੰਸ ਕਰ ਲਈ ਤੇ ਉਹਨੇ ਆਪਣੀ ਹੈਲਪਲੈਸਨੈਸ ਦਿਖਾਈ, ਮਜਬੂਰੀ ਜ਼ਾਹਰ ਕੀਤੀ ਤੇ ਇੱਥੇ ਜਾ ਕਿਹਾ ਕਿ ਮੈਂ ਸੁਈਸਾਈਡ ਕਮਿਟ ਕਰ ਲੂੰ, ਉਦੋਂ ਬਾਅਦ ਅਸੀਂ ਸਾਰਿਆਂ ਨਾਲ ਇੱਕ ਦੂਜੇ ਨਾਲ ਰਾਬਤਾ ਕਰਕੇ ਫੈਸਲਾ ਕੀਤਾ ਕਿ ਹੁਣ ਜੇ ਅਸੀਂ ਚੁੱਪ ਰਹਾਂਗੇ ਇਸ ਗੱਲ ਤੋਂ ਡਰਦੇ ਹੋਏ ਕਿ ਇਹ ਪੋਲੀਟੀਕਲ ਨਾ ਬਣ ਜੇ, ਤਾਂ ਫਿਰ ਅਸੀਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹਾਂ। ਪਰ ਬੈਂਸ ਸਾਹਿਬ ਤਾਂ ਬਹੁਤ ਪ੍ਰੈਸ ਕਾਨਫਰੰਸਾਂ ਕਰ ਚੁੱਕੇ ਨੇ, ਨਾਲ ਪੀੜਤਾ ਬੈਠੀ ਹੁੰਦੀ ਆ, ਨਾਲ ਉਹ ਪ੍ਰੈਸ ਦੇ ਸਾਹਮਣੇ ਲਿਆਉਂਦੇ ਨੇ। ਬਹੁਤ ਵਾਰ ਤੁਸੀਂ ਦੇਖਿਆ ਹੋਣਾ, ਜਲੰਧਰ ਤੋਂ ਲੈ ਕੇ ਚੰਡੀਗੜ੍ਹ ਤੋਂ ਲੈ ਕੇ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਪੀਸੀਆਂ ਪੰਜਾਂ ਨੇ ਉਹਨਾਂ ਦੇ ਜਿਹੜੇ ਇਨਸਾਫ ਦਿਵਾਉਣ ਦੇ ਲਈ ਉਹਨਾਂ ਵੱਲੋਂ ਇਹ ਕੰਮ ਕੀਤਾ ਜਾਂਦਾ। ਇਹ ਦੁੱਲਾ ਭੱਟੀ ਬਣਨ ਦੀ ਕੋਸ਼ਿਸ਼ ਕਰਦਾ ਹੈ, ਸਾਰੀ ਦੁਨੀਆ ਨੂੰ ਲੁੱਟਦਾ ਤੇ ਦੋਵਾਂ ਨੂੰ ਪਬਲਿਕਲੀ ਪੈਸੇ ਦਿੰਦਾ ਉੱਥੇ ਦਫ਼ਤਰ 'ਚ ਬਿਠਾ ਕੇ। ਮੈਨੂੰ ਦੱਸਿਓ ਦਫ਼ਤਰ ਚਲਾਉਣ ਦਾ ਖਰਚਾ ਕਿੱਥੋਂ ਆਉਂਦਾ? ਮੈਂ ਐਮਐਲਏ ਰਿਹਾ, ਮੈਂ ਦਫ਼ਤਰ ਨਹੀਂ ਚਲਾ ਸਕਦਾ, ਮੈਂ ਆਪਣੇ ਪੱਲਿਓਂ ਲੋਕਾਂ ਨੂੰ ਪੈਸੇ ਨਹੀਂ ਦੇ ਸਕਦਾ, ਕਿੱਥੋਂ ਆਉਂਦਾ? ਉਹ ਸਭ ਹਰਾਮ ਦੇ ਪੈਸੇ ਦੇ ਨਾਲ ਲੋਕਾਂ ਦੇ ਮਨ ਜਿੱਤਨੇ। ਉਹ ਜਿਹੜਾ ਦਫ਼ਤਰ ਚੱਲਦਾ ਨਾ, ਉੱਥੇ ਜਿਹੜਾ ਦਫ਼ਤਰ ਚਲਾਉਂਦਾ ਹੈ ਉਹਦੇ ਤੇ ਐਟਲੀਸਟ 3-4 ਲੱਖ ਰੁਪਇਆ ਮਹੀਨੇ ਦਾ, 10 EMPLOYE ਬੈਠੇ ਆ, ਕੰਪਿਊਟਰ ਬੈਠੇ ਆ, ਕਿੱਥੋਂ ਖਰਚ ਆਉਂਦਾ ਹੈ? ਇਹ ਦੁੱਲਾ ਭੱਟੀ ਬਣਦੇ ਆ। ਸਾਰੀ ਦੁਨੀਆ ਨੂੰ ਲੁੱਟ ਖਾ ਲਓ ਤੇ ਦੋ ਬੰਦਿਆਂ ਨੂੰ ਦੇ ਦਿਓ ਪੈਸੇ ਸਾਰਿਆਂ ਸਾਹਮਣੇ। ਆ ਲੈਡੀ ਆਈ ਹੈ ਤੇ 5000 ਜਮ੍ਹਾਂ ਕਰਾ ਦੀ ਮੇਰੇ ਵੱਲੋਂ।
ਦੇਖੋ ਰਾਣਾ ਜੀ, ਇੱਕ ਗੱਲ ਜੋ ਕਹੀ ਹੈ ਸਾਰਿਆਂ ਨੇ, ਇੱਕ ਗੱਲ ਨੂੰ ਤੁਸੀਂ ਬੜੀ ਗੰਭੀਰਤਾ ਨਾਲ ਦੇਖੋ। ਕੋਈ ਬੰਦਾ ਕਹਿ ਸਕਦਾ ਹੈ ਕਿ ਮੇਰੇ ਨਾਲ ਭੱਦਾ ਮਜ਼ਾਕ ਕੀਤਾ ਹੈ, ਮੇਰੇ ਨਾਲ ਹੁਣ ਲੇਟੈਸਟ ਲਾਅ 'ਚ ਜਿਹੜੀ 354(b) ਬਣੀ ਹੈ, ਉਹ ਜੇ ਤੁਸੀਂ ਕੋਈ ਬੰਦਾ ਔਰਤ ਵੱਲ ਸਟੇਅਰ ਵੀ ਕਰੀ ਜਾਵੇ ਤੇ ਬਣ ਜਾਂਦਾ ਆਫੈਂਸ। ਪਰ ਜਿਹੜਾ ਉਹ ਬੱਚੀ, ਦੇਖੋ ਇੱਕ ਲੇਡੀ ਆਪਣੇ ਆਪ ਤੇ 2 ਬੱਚਿਆਂ ਦੀ ਮਾਂ, ਵਿਧਵਾ, ਸਮਾਜ ਵਿੱਚ ਉਹਨੇ ਰਹਿਣਾ, ਉਹਨੇ ਬੱਚੇ ਵਿਆਹੁਣੇ ਆ, ਸਮਾਜ 'ਚ ਵਿਚਰਨਾ, ਕਿੱਡੀ ਵੱਡੀ ਗੱਲ ਕਹਿ ਰਹੀ ਹੈ। ਤੁਸੀਂ ਦੇਖੋ ਕਿ ਕਿੱਡਾ ਉਹਨੇ ਆਪਣੇ ਆਪ ਨੂੰ ਜ਼ੋਖਮ 'ਚੋਂ ਲੰਘਾ ਕੇ ਫੈਸਲਾ ਲਿਆ ਹੋਣਾ। ਕੋਈ ਜਗ੍ਹਾ ਰਹਿ ਜਾਂਦੀ ਹੈ ਕਿ ਪੋਲੀਟੀਕਲ ਵੈਂਡੇਟਾ ਸ਼ਬਦ ਜਿਹੜਾ ਉਹਨਾਂ ਵੱਲੋਂ ਕਿਉਂ ਕੌਣ ਲੈ ਰਿਹਾ ਪੋਲੀਟੀਕਲ ਵੈਂਡੇਟਾ? ਉਹ ਕੁੜੀ ਦਾ ਉਹਦੇ ਨਾਲ ਪੋਲੀਟੀਕਲ ਕੰਪੈਰੀਜ਼ਨ ਕੀ ਹੈ? ਪੋਲੀਟੀਕਲ ਲੜਾਈ ਕੀ ਹੈ? ਇਜ਼ ਹੀ ਏ ਕੈਂਡੀਡੇਟ? ਇਜ਼ ਹੀ ਏ ਵਰਕਰ ਆਫ ਐਨੀ ਅਦਰ ਪਾਰਟੀ? ਇਜ਼ ਸ਼ੀ ਇਜ਼ ਬੀਇੰਗ ਪ੍ਰੋਮੋਟਡ ਬਾਈ ਅਦਰ ਪਾਰਟੀ? ਆਨਸਰ ਇਜ਼ ਨੋ। Has she met her till today? ਜਾਂ ਸਾਡੇ ਅਕਾਲੀ ਦਲ ਤੋਂ ਕਿਸੇ ਨੇ ਜਾ ਕੇ ਉਹਦੇ ਬਿਆਨ ਕਰਾਏ ਹੋਣ। within 24 hours. ਹਾਂਜੀ, If the police do not register a case within 24 hours. ਮੋਹਿਤ ਜੀ ਸ਼੍ਰੋਮਣੀ ਅਕਾਲੀ ਦਲ ਨੇ ਨਾ ਜਿਹੜੇ ਕਹਿੰਦੇ ਸੀਗੇ ਕਿ ਇਹ ਸੁਪਨੇ 'ਚ ਵੀ ਨਹੀਂ ਹੋ ਸਕਦਾ, ਜਿਹੜੇ ਕਹਿੰਦੇ ਸੀ ਪੰਜਾਬੀ ਸੂਬਾ ਸਾਡੀਆਂ ਲਾਸ਼ਾਂ ਤੇ ਬਣੂ, ਉਹਨਾਂ ਨੂੰ ਵੀ ਲਾਸ਼ਾਂ ਨੂੰ ਵੀ ਜਿੰਦਿਆਂ ਨੂੰ ਦਿਖਾਉਣਾ ਪਿਆ। ਅਕਾਲੀ ਦਲ ਬਹੁਤ ਵੱਡੇ ਸੰਘਰਸ਼ ਕਰ ਲੈਂਦਾ। ਅਕਾਲੀ ਦਲ ਇਨਸਾਫ ਦਿਵਾਉਣਾ ਜਾਣਦਾ, ਅਕਾਲੀ ਦਲ ਜ਼ੁਬਰ ਤੇ ਜ਼ੁਲਮ ਦੇ ਉਲਟ ਲੜਨਾ ਜਾਣਦਾ। ਕਿੰਨੀ ਦੇਰ ਵੇਟ ਕਰੋਗੇ? 3 ਦਿਨ ਹੋ ਗਏ ਸਰ। ਬਹੁਤ ਹੀ ਦੇਰ ਨਹੀਂ ਵੇਟ ਕਰਨਾ ਨਹੀਂ ਪੈਣਾ ਸਾਨੂੰ। ਸੋਨ ਵੇਟ ਦੇਖਣਾ। ਇਹਨਾਂ ਦੇ ਲੱਤਾਂ 'ਚ ਇੰਨੀ ਜਾਨ ਹੈ, ਹਾਂ, ਕਿੰਨੀ ਦੇਰ ਇਹਨੂੰ ਪ੍ਰੋਟੈਕਟ ਕਰਨਗੇ ਇਸ ਕਿਸਮ ਦੇ ਬੰਦੇ ਨੂੰ? ਮੈਂ ਤੁਹਾਨੂੰ ਇਹ ਦੱਸਣਾ ਸਿਰਫ ਚਾਹੁੰਦਾ, time ਦੇ ਰਹੇ ਆ। ਮੇਰੀ ਜਾਨਵਾਰੀ ਇਹ ਦੇ ਮੰਨ ਵਿੱਚ ਜਾਵੇ। 1 ਮਹੀਨੇ ਦੀ ਅਪਰੋਚ ਕਰ ਰਹੀ ਸੀ, ਵੇਰੀਅਸ ਲੈਵਲਸ, ਕੰਟਿਊਰਸ ਆਫ ਪਾਵਰਸ ਆਫ ਕਾਂਗਰਸ, ਕਿਸੇ ਨੇ ਦੀ ਬਾਣੀ ਫੜੀ, ਅਲਟੀਮੇਟਲੀ ਸਿੱਧੀ ਗਈ ਹੈ। ਸਿੱਧੀ ਗਈ ਬਿਲਕੁਲ। ਐਮਐਲਏ ਨੇ, ਇੱਕ ਮਿੰਟ, ਇਹ ਐਮਐਲਏ ਨੇ, ਇਹ ਵੀ ਚਰਚਾ ਹੋ ਰਹੀ ਹੈ ਵੀ ਐਮਐਲਏ ਨੇ, ਤੁਹਾਡੇ ਜਿਹੜੇ ਐਮਐਲਏ 14 ਨੇ ਐਮਐਲਏ ਵਿਧਾਨ ਸਭਾ 'ਚ, ਕਿ ਜੇਕਰ ਇਹ ਪਰਚਾ ਸਰਕਾਰ ਦਰਜ ਨਹੀਂ ਕਰਦੀ, ਪੁਲਿਸ ਨਹੀਂ ਕਰਦੀ, ਇਹ ਮਿਲੀ ਭੁਗਤ ਆਉਂਦੀ ਆ, ਹਾਈ ਕੋਰਟ ਜਾਓਗੇ, ਤੁਹਾਡੇ ਜਿਹੜੇ ਵਿਧਾਇਕ ਨੇ ਉਹ ਅਸੈਂਬਲੀ 'ਚ ਇਹ ਮਾਮਲਾ ਉਠਾ ਕੇ ਇਹ ਮੁੱਲਾਪੁਰੇ ਜੀ ਅਸੈਂਬਲੀ ਹੁਣ 6 ਮਹੀਨੇ ਨੂੰ ਆਉਣੀ ਆ, 6 ਮਹੀਨੇ ਚੁੱਪ ਰਵਾਂਗੇ? ਗੱਲ ਸੁਣੋ, ਇੱਕ ਮੇਰੀ ਗੱਲ ਸੁਣੋ। ਅਸੈਂਬਲੀ ਦਾ ਸੈਸ਼ਨ ਮੁੱਲਾਪੁਰੇ ਜੀ ਸੁਣ ਲਓ, ਸਵਾਲ ਕਰਨ ਤੋਂ ਪਹਿਲਾਂ ਉਹਨੂੰ ਗੰਭੀਰਤਾ ਨਾਲ ਸੋਚੋ। ਅਸੈਂਬਲੀ ਦਾ ਸੈਸ਼ਨ ਹੋਣਾ 6 ਮਹੀਨੇ ਬਾਅਦ ਹੁਣ ਹੋਇਆ, ਇਹਦਾ ਮਤਲਬ ਅਸੀਂ 6 ਮਹੀਨੇ ਬੈਠੇ ਉਡੀਕਦੇ ਰਹੀਏ, ਫਿਰ ਵੇਖ ਲਾਂਗੇ 6 ਮਹੀਨੇ ਉਡੀਕਦੇ ਰਹੀਏ। ਜੇ ਪਾਰਟੀ ਨਹੀਂ ਐਕਸ਼ਨ ਕਰਦੇ ਫਿਰ ਮੀਟਿੰਗ ਕਰਾਂਗੇ। ਮੇਰਾ ਆਖਣ ਦਾ ਮਤਲਬ ਹੈ ਵੀ ਜੇ ਤੁਹਾਡੀ ਅਸੀਂ ਹਰ ਕੰਮ ਕਰਾਂਗੇ ਮੁੱਲਾਪੁਰੇ ਜੀ, ਤੁਹਾਨੂੰ ਗੁਰਮੁਖੀ 'ਚ ਦੱਸ ਦਈਏ, ਹਰ ਕੰਮ ਕਰਾਂਗੇ। ਅਥਾਰਟੀ ਜੀ ਇਹ ਤੁਹਾਨੂੰ ਦੱਸ ਕੇ ਨਹੀਂ ਕਰਨਾ, ਪਾਰਟੀ ਸਲਾਹ ਕਰਕੇ ਕਰੂ, ਸਭ ਕੁਝ ਕਰਾਂਗੇ, ਹਰ ਕਰਾਂਗੇ। ਪਰ ਇੱਕ ਗੱਲ ਯਕੀਨੀ ਬਣਾਵਾਂਗੇ ਕਿ ਉਹ ਬੱਚੀ ਨੂੰ ਰੋਲਣ ਨਹੀਂ ਦੇਵਾਂਗੇ, ਸਾਫ਼ ਦਵਾਵਾਂਗੇ। ਅਲਟੀਮੇਟਮ ਇਹ ਕਹਿਣਾ ਹੀ, ਇਹਨੂੰ ਕੀ ਕਹਿੰਦੇ ਜਾਂ ਅਲਟੀਮੇਟਮ ਨਹੀਂ ਕਾ, ਇਨਸਾਫ ਗਰੰਟੀ ਦਵਾਵਾਂਗੇ। ਤੁਸੀਂ ਕਹਿੰਦੇ ਲੇਟ ਕਿਉਂ ਹੋਏ ਹੋ? ਜੇ ਉਹ ਲੇਡੀ ਨਾ ਪ੍ਰੈਸਰ ਕਰਨੀ, ਸ਼ਾਇਦ ਅਸੀਂ ਨਾ ਕਰਦੇ। ਉਹ ਲੇਡੀ ਤਾਂ ਆਪ ਬੈਠ ਰਹੀ ਹੈ। ਲਓ ਜੀ, ਹੁਣ ਤੁਹਾਨੂੰ ਬੇਨਤੀ ਹੈ, ਚਾਹ ਸਾਰੇ ਛੱਕ ਕੇ ਜਾਣਾ। ਲਓ ਜੀ, ਜਿਹਨਾਂ ਨੇ ਲੈਣਾ ਚਲਾ ਯਾਰ ਲੱਗੀ ਤਾਰ ਲਾ ਦੇ ਕਿਹੜਾ ਰੇਸ਼ ਚਾਹ ਲੱਗੀ ਹੋਈ ਹੈ, ਰੇਸ਼ ਚਾਹ ਲੱਗੀ ਉਹ ਰੁਕ ਜਾ, ਜੱਫੇ ਕਰੇਗਾ। ਸਾਰੇ ਮੇਰੀ ਲੱਤ ਲੈ ਗਏ।